ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਸਾਹਿਬ ਜੀਓ। ਪੌੜੀ ਤਿਤ ਜਾਏ ਬਾਹੋ ਸਤ ਸੰਗਤੀ, ਜਿਥੈ ਹਰਿ ਕਾ ਹਰਿ ਨਾਮ ਬਿਲੋਈਐ। ਸਹਜੇ ਹੀ ਹਰਿ ਨਾਮ ਲੇਹੁ, ਹਰਿ ਤਤ ਨਾ ਖੋਈਐ। ਤਿਤ ਜਾਏ ਬਾਹੋ ਸਤ ਸੰਗਤੀ, ਜਿਥੈ ਹਰਿ ਕਾ ਹਰਿ ਨਾਮ ਬਿਲੋਈਐ। ਸਹਜੇ ਹੀ ਹਰਿ ਨਾਮ ਲੇਹੁ, ਹਰਿ ਤਤ ਨਾ ਖੋਈਐ। ਨਿਤ ਜਪਿਓ ਹਰਿ ਹਰਿ ਦਿਨ ਰਾਤ, ਹਰਿ ਦਰਗਹਿ ਢੋਈਐ। ਸੋ ਪਾਏ ਪੂਰਾ ਸਤਿਗੁਰੂ, ਜਿਸ ਧੁਰ ਮਸਤਕ ਲਿਲਾਟ ਲਿਖੋਈਐ। ਤਿਸ ਗੁਰ ਕਉ ਸਭ ਨਮਸਕਾਰ ਕਰਹੁ, ਜਿਨ ਹਰਿ ਕੀ ਹਰਿ ਗਾਲ ਗਲੋਈਐ। ਸੋ ਪਾਏ ਪੂਰਾ ਸਤਿਗੁਰੂ, ਜਿਸ ਧੁਰ ਮਸਤਕ ਲਿਲਾਟ ਲਿਖੋਈਐ। ਤਿਸ ਗੁਰ ਕਉ ਸਭ ਨਮਸਕਾਰ ਕਰਹੁ, ਜਿਨ ਹਰਿ ਕੀ ਹਰਿ ਗਾਲ ਗਲੋਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਆ। ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ, ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ, ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਹਨ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ ਕਿਰਪਾਲਤਾ ਕਰਨਾ। ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਹੈ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਆ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸੱਚੇ ਸਾਹਿਬ ਦੀਆਂ ਬਖਸ਼ਿਸ਼ਾਂ ਦਾ ਦਰ ਖੁੱਲ੍ਹਿਆ, ਸਾਡੇ ਵਾਸਤੇ ਉਪਦੇਸ਼ ਪ੍ਰਾਪਤ ਹੋਇਆ ਹੈ। ਆਪ ਜੀ ਨੇ ਪਾਠ ਦਰਸ਼ਨ ਸੁਭਾਵਕ ਹੀ ਕੀਤੇ ਹੋਣਗੇ।
ਅੱਜ ਮਹਾਰਾਜ ਨੇ ਸਥਾਨਕ ਜਿਹੜੇ ਜੀ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਆਉਂਦੇ ਨੇ, ਉਹਨਾਂ ਨੂੰ ਮੱਤ ਦਿੱਤੀ, ਦੱਸਿਆ ਹੈ, ਚੇਤਾ ਰੱਖਿਓ। ਗੁਰੂ ਕਰਤੇ ਦਾ ਇੱਕ ਪਾਵਨ ਸੁਭਾਅ ਹੈ ਦਇਆ ਕਰਨਾ। ਉਹਦਾ ਇਹ ਸੁਭਾਵ ਹੈ, ਹਰ ਵਕਤ ਉਹਦੀ ਕਿਰਤ ਹੈ ਦਇਆ ਕਰਨਾ। ਦੂਜੀ ਕੀ ਗੱਲ ਹੈ, ਦਇਆ ਕਰਨ ਨਾਲ ਵਰਤਦਾ ਕੀ ਹੈ, ਦੁੱਖ ਹਰਣਾ। ਜਿਉਂ ਜਿਉਂ ਉਹਦੀ ਦਇਆ ਵਰਤਦੀ ਜਾਂਦੀ ਹੈ, ਜੀਆਂ ਦੇ ਦੁੱਖ ਮਿਟਦੇ ਜਾਂਦੇ ਨੇ। ਦਇਆ ਕਰਨ, ਦੁੱਖ ਹਰਣਾ। ਫਿਰ ਅਸੀਂ ਕੀ ਕਰੀਏ, ਉਹ ਚਰਨੰ ਨਾਮ ਕੀਰਤਨ ਹੈ। ਕਿਉਂਕਿ ਕਰਤਾ ਪੁਰਖ ਨੇ ਥੋੜ੍ਹਾ ਨਾਮ ਜਪਣਾ ਹੈ, ਉਹ ਤਾਂ ਦਇਆ ਕਰਦੇ ਨੇ, ਉਹ ਤਾਂ ਦੁੱਖ ਹਰ ਲੈਂਦੇ ਨੇ। ਫਿਰ ਅਸੀਂ ਕੀ ਕਰੀਏ, ਕਹਿੰਦੇ ਗੋ ਚਰਨੰ ਨਾਮ ਕੀਰਤਨ ਹੈ। ਅੱਛਾ, ਇਹ ਕੌਣ ਕਰਦਾ, ਕਿਵੇਂ ਹੁੰਦਾ? ਕਹਿੰਦੇ ਦਿਆਲ ਪੁਰਖ ਭਗਵਾਨ ਹੈ। ਇਹ ਜਿੱਥੇ ਦਇਆ ਹੋ ਜਾਂਦੀ ਹੈ ਭਗਵਾਨ ਦੀ, ਦਿਆਲ ਪੁਰਖ ਭਗਵਾਨ ਹੈ। ਨਾਨਕ ਲਿਪਤ ਨਾ ਮਾਇਆ। ਜਿਸ ਦੇ ਜੀ ਦੇ ਉੱਤੇ ਕਰਤਾ ਪੁਰਖ ਵਾਹਿਗੁਰੂ ਜੀ ਦੀ ਦਇਆ ਹੋ ਜਾਂਦੀ ਹੈ, ਫਿਰ ਉਹ ਜੀ ਮਾਇਆ ਦੇ ਲੇਪ ਤੋਂ ਬਚ ਜਾਂਦਾ ਹੈ। ਜਿਸ ਉੱਤੇ ਵਾਹਿਗੁਰੂ ਜੀ ਦੇ ਨਾਮ ਦੀ, ਵਾਹਿਗੁਰੂ ਜੀ ਦੀ ਕਿਰਪਾ ਹੋ ਜਾਂਦੀ ਹੈ, ਜੋ ਵਾਹਿਗੁਰੂ ਜੀ ਦੇ ਨਾਮ ਨੂੰ ਜਪਣ ਲੱਗ ਪੈਂਦਾ ਹੈ, ਉਹਦੇ ਹਿਰਦੇ ਦੇ ਅੰਦਰ ਈਰਖਾ ਦੀ ਅੱਗ, ਜੋ ਨਫ਼ਰਤ ਚੰਗਿਆੜਿਆਂ ਕਰਕੇ, ਤਮਾਮ ਪ੍ਰਕਾਰ ਦੇ ਕਾਰਣਾਂ ਕਰਕੇ ਆਪਾਂ ਤ੍ਰਿਸ਼ਨਾਗਨ ਕਹਿ ਦਿੰਦੇ ਹੁੰਦੇ ਹਾਂ, ਉਹ ਬੁੱਝ ਜਾਂਦੀ ਹੈ। ਭਾਹੇ ਬਲੰਦੜੀ ਬੁੱਝ ਗਈ, ਉਹਦੇ ਅੰਦਰ ਦੀ ਅੱਗ ਬੁੱਝ ਜਾਂਦੀ। ਰੱਖੰਦੜੋ ਪ੍ਰਭ ਆਪ, ਉਹਨੂੰ ਰੱਖਣਹਾਰਾ ਪ੍ਰਭੂ ਆਪ ਹੋ ਜਾਂਦਾ ਹੈ। ਅਤੇ ਸਾਨੂੰ ਕਿਉਂਕਿ ਮੱਝੇ ਨੇ ਉਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ। ਜਿਸ ਕਰਤਾ ਪੁਰਖ ਵਾਹਿਗੁਰੂ ਜੀ ਨੇ ਧਰਤੀ ਬਣਾਈ ਹੈ ਨਾ, ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਅਤੇ ਮਹਾਰਾਜ ਫਿਰ ਆਪਣਾ ਨਾਂ ਲੈ ਲੈਂਦੇ ਨੇ ਨਾਨਕ। ਅਤੇ ਇੱਥੇ ਭਾਵ ਸਾਡੇ ਲਈ ਭਾਈ ਸੋ ਪ੍ਰਭ ਜਾਪ। ਪਿਆਰਿਓ, ਉਸ ਪ੍ਰਭੂ ਦਾ ਜਾਪ ਕਰਿਆ ਕਰੋ, ਉਸ ਪ੍ਰਭੂ ਜੀ ਦੇ ਨਾਮ ਦਾ ਜਾਪ ਕਰਿਆ ਕਰੋ, ਜਿਸ ਨੇ ਸਾਰੀ ਸੰਸਾਰ ਦੀ ਸ੍ਰਿਸ਼ਟੀ ਰਚਨਾ ਰਚੀ ਹੈ। ਅਤੇ ਫਿਰ ਸੁਭਾਵਕ ਅਸੀਂ ਪੁੱਛਾਂਗੇ, ਮਹਾਰਾਜ ਇਸ ਕਰਤਾ ਪੁਰਖ ਵਾਹਿਗੁਰੂ ਜੀ ਦੀ ਬਣਾਈ ਹੋਈ ਸ੍ਰਿਸ਼ਟੀ ਵਿੱਚ, ਮੇਦਨੀ ਵਿੱਚ, ਨਾਮ ਜਪਣ ਵਾਸਤੇ ਸਭ ਤੋਂ ਬਿਹਤਰੀਨ ਥਾਂ ਕਿਹੜਾ ਹੋਏਗਾ? ਕਿਉਂਕਿ ਮਨੁੱਖੀ ਸੁਭਾਅ ਜੋ ਇੱਦਾਂ ਦਾ ਹੋਇਆ, ਨੀਤੀ ਕਰਤਾ ਪੁਰਖ ਦੀ ਤੇ ਬਣਾਈ ਰਚਨਾ 'ਚ ਹਰ ਥਾਂ ਬਿਹਤਰ ਹੈ, ਹਰ ਥਾਂ ਵਧੀਆ ਹੋਏਗਾ, ਉਹਨੇ ਮਾੜਾ ਤੇ ਬਣਾਇਆ ਹੀ ਕੋਈ ਨਹੀਂ। ਪਰ ਫਿਰ ਮਹਾਰਾਜ ਸਾਨੂੰ ਸਮਝ ਆ ਜਾਏ ਕਿ ਜਿੱਥੇ ਬੈਠ ਕੇ ਅਸੀਂ ਸਿਮਰਨ ਹੀ ਕਰੀਏ, ਉੱਥੇ ਹੋਰ ਕੁਛ ਹੋਰ ਗੱਲਾਂ ਨਾ ਬਣ। ਕਹਿਣਗੇ ਫਿਰ ਉਹ ਚਕਾਣਾ ਜੇ ਸਤ ਸੰਗਤ। ਤਿਤ ਜਾਏ ਬਹੋ, ਕਿੱਥੇ ਜਾ ਕੇ ਬੈਠੀਏ? ਕਹਿਣਗੇ ਸਤ ਸੰਗਤੀ। ਪਿਆਰਿਓ, ਨਾਮ ਜਪਣਾ ਹੈ, ਘਰ ਪਰਿਵਾਰ ਦੇ ਰੁਝੇਵਿਆਂ 'ਚ, ਕਾਰ ਵਿਹਾਰਾਂ 'ਚ ਨਹੀਂ ਜਪਿਆ ਜਾਂਦਾ, ਕੋਈ ਗੱਲ ਨਹੀਂ। ਤਿਤ ਜਾਏ ਬਹੋ, ਉੱਥੇ ਬਹਿ ਕੇ ਜਾ ਕੇ ਜਪਿਆ ਕਰੋ। ਸਾਡੀ ਇਸੇ ਕਮਜ਼ੋਰੀ ਨੂੰ ਅਤੇ ਸਾਡੀ ਇਸੇ ਮਜਬੂਰੀ ਨੂੰ ਦੇਖਦਿਆਂ ਹੋਇਆਂ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਥਾਂ ਥਾਂ 'ਤੇ ਧਰਮਸ਼ਾਲਾਵਾਂ ਸਥਾਪਿਤ ਕੀਤੀਆਂ ਨੇ। ਨਿੱਤ ਆਦਰਸ਼ਕ ਬਚਨਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਆਪ ਹੀ ਕਹਿੰਦੇ ਨੇ ਕਿ ਪਰਮਾਤਮਾ ਦੀ ਪ੍ਰਾਪਤੀ ਲਈ ਕਿਤੇ ਜਾਣ ਦੀ ਲੋੜ ਨਹੀਂ ਹੈ। ਜੋ ਗਹਿਨ ਉਪਦੇਸ਼ ਨੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ, ਜਾਂ ਜਿਹਨੂੰ ਗੁਰੂ ਨਾਨਕ ਵਿਚਾਰਧਾਰਾ ਕਿਹਾ ਜਾਂਦਾ ਹੈ, ਉਹਦੇ ਵਿੱਚ ਦੱਸਿਆ ਨਾ, ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਲਈ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ। ਕਿਉਂ ਜੀ? ਕਿਉਂਕਿ ਪਰਮਾਤਮਾ ਹਰ ਥਾਂ 'ਤੇ ਮੌਜੂਦ ਹੈ, ਬਸ ਅਸੀਂ ਹੀ ਕਿਤੇ ਮੌਜੂਦ ਨਹੀਂ ਹੁੰਦੇ। ਸੱਚ ਤਾਂ ਇਹ ਹੈ ਕਿ ਅਸੀਂ ਜਿੱਥੇ ਬੈਠੇ ਸਰੀਰ ਕਰਕੇ ਹੁੰਦੇ, ਬਹੁਤੀ ਵਾਰੀ ਉੱਥੇ ਮੌਜੂਦ ਨਹੀਂ ਹੁੰਦੇ। ਪਰਮਾਤਮਾ ਹੁੰਦਾ, ਅਸੀਂ ਨਹੀਂ ਹੁੰਦੇ। ਫਿਰ ਕੀ ਕਰੀਏ? ਕਹਿਣ ਲੱਗੇ ਬਸ ਜਿੱਥੇ ਬੈਠੇ ਹੋ ਉੱਥੇ ਯਾਦ ਕਰ ਲਿਆ ਕਰੋ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਫਿਰ ਕੀ ਕਰਿਆ ਕਰੀਏ? ਸਿਮਰ ਸਿਮਰਤ ਤੇ ਸਦਾ ਸੰਭਾਲੇ। ਤਾਂ ਅਸਾਂ ਤਾਂ ਸਿਮਰਨ ਹੀ ਕਰਨਾ ਹੈ। ਬਸ ਅਸੀਂ ਇਹ ਗੱਲ ਨੂੰ ਸਮਝ ਲਈਏ ਕਿ ਉਹ ਹਰ ਥਾਂ 'ਤੇ ਮੇਰੇ ਨਾਲ ਹੈ, ਹਰ ਥਾਂ 'ਤੇ ਵਿਆਪਕ ਹੈ। ਪਰ ਇਹ ਗੱਲ ਜਿੰਨੀ ਕਹਿਣ ਨੂੰ ਸਰਲ ਹੈ ਨਾ, ਮੰਨਣ ਵਿੱਚ ਓਨੀ ਹੀ ਕਠਿਨ ਹੈ। ਕਿਉਂਕਿ ਮਨੁੱਖੀ ਸੁਭਾਅ ਦੇ ਵਿੱਚ ਕੋਈ ਬਣਤਰ ਹੀ ਇਹੋ ਜਿਹੀ ਬਣ ਗਈ ਹੈ ਕਿ ਜਿੰਨੀਆਂ ਸਰਲ ਜਿਹੀਆਂ ਗੱਲਾਂ ਕੋਈ ਕਰਕੇ ਦੱਸੇ ਤੇ ਉਹ ਸਮਝ ਨਹੀਂ ਆਉਂਦੀਆਂ।
ਕੋਈ ਸਧਾਰਨ ਜਿਹਾ ਲਿਬਾਸ ਪਾ ਕੇ ਆਵੇ ਤੇ ਉਹ ਵੀ ਸਾਡੀ ਸਮਝ ਨਹੀਂ ਆਉਂਦਾ। ਸਿੱਧਾ ਸਾਦਾ ਬੰਦਾ ਤੇ ਸਾਨੂੰ ਸਮਝ ਹੀ ਨਹੀਂ ਆਉਂਦਾ ਸੀ ਕਿ ਲੈ ਇਹ ਵੀ ਕੋਈ ਬੰਦਾ ਹੈ। ਜਿੰਨਾ ਉਹ ਉਲਝਣ ਦੀਆਂ ਗੱਲਾਂ ਪੈਦਾ ਕਰੇ ਉਨੀਆਂ ਆਖੇ ਬੜਾ ਗਿਆਨੀ ਹੈ। ਜਿੰਨਾ ਉਹਨੇ ਚਮਕਦਾਰ ਇੱਧਰ ਦਿਖਾਵਟੀ ਲਿਬਾਸ ਪਾਇਆ ਕਿ ਹਾਂ ਬੜਾ ਵੱਡਾ ਬੰਦਾ ਹੈ। ਸ਼ਾਇਦ ਇਸੇ ਕਰਕੇ ਸੰਸਾਰ ਦਿਖਾਵਿਆਂ ਲਿਬਾਸਾਂ ਭੇਖਾਂ ਦੇ ਉਲਝਣ 'ਚ ਐਸੀ ਉਲਝੀ ਹੈ ਕਿ ਸਧਾਰਨ ਗੱਲਾਂ ਸਰਲ ਗੱਲਾਂ ਮਨੁੱਖ ਨੂੰ ਸਮਝ ਹੀ ਨਹੀਂ ਆ ਰਹੀਆਂ। ਔਰ ਇਹ ਨਹੀਂ ਕਿ ਸਮਝ ਆ ਨਹੀਂ ਸਕਦੀਆਂ, ਦਰਅਸਲ ਮਨੁੱਖ ਸਮਝਦਾ ਹੈ ਸਾਡਾ ਸਭ ਦਾ ਲਗਭਗ ਮਨੋਵਿਗਿਆਨ ਇਹੋ ਜਿਹਾ ਬਣ ਚੁੱਕਾ ਹੈ। ਇੰਨੀ ਸੌਖੀ ਗੱਲ ਤੇ ਨਿਆਣੇ ਕਰ ਲੈਂਦੇ ਨੇ, ਅਤੇ ਜਿਹੜੀ ਗੱਲ ਸਰਲ ਜੀ ਹੋਵੇ ਲੈ ਇਹ ਵੀ ਕੋਈ ਗੱਲ ਹੈ। ਗੱਲ ਤੇ ਕੋਈ ਭਾਰੀ ਜੀ ਹੋਵੇ, ਵੱਡੀ ਜੀ ਹੋਵੇ, ਦਾਰਸ਼ਨਿਕ ਜੀ ਹੋਵੇ, ਜਾਂ ਬਹੁਤ ਵੱਡੀ ਜਾਪ ਤਾਪ ਦੀ ਕਿਰਿਆ ਦੱਸੋ। ਸ਼ਾਇਦ ਇਸੇ ਕਰਕੇ ਬਹੁਤ ਥਾਵਾਂ 'ਤੇ ਲੋਕ ਡੇਰਿਆਂ 'ਚ ਜਾਂਦੇ ਨੇ, ਕਿਉਂਕਿ ਫਿਰ ਦੱਸਦੇ ਨੇ ਭਾਈ 40 ਦਿਨ ਜਾਪ ਕਰ ਤੂੰ, ਫਿਰ ਠੀਕ ਹੈ। ਅੱਧੀ ਰਾਤ ਉਠਾ ਦੇਣਗੇ, 40 ਰਾਤ ਦਾ ਜਾਪ ਕਰਾਓ, ਆਹ ਕਰ ਲੰਮੇਰਾ ਚੱਕਰ ਪਾ ਕੇ ਦੱਸਣਗੇ, ਫਿਰ ਕਹਿੰਦੇ ਹਾਂ ਇੱਥੇ ਠੀਕ ਹੈ। ਗੁਰੂ ਨਾਨਕ ਕਹਿੰਦੇ ਨਹੀਂ ਇੱਦਾਂ ਨਾ ਕਰ, ਪ੍ਰੇਮ ਨਾਲ ਜਪਿਆ ਕਰ। ਇਹ ਠੀਕ ਨਹੀਂ ਲੱਗਦਾ ਸਾਨੂੰ, ਕਿਉਂਕਿ ਸਾਡੇ ਖਾਨੇ 'ਚ ਨਹੀਂ ਪੈਂਦਾ। ਪਰ ਸਾਡੀ ਇਸ ਮਜਬੂਰੀ ਨੂੰ ਗੁਰੂ ਨਾਨਕ ਪਾਤਸ਼ਾਹ ਸਾਹਿਬ ਨੇ ਹੱਲ ਕਰ ਦਿੱਤਾ। ਕਹਿਣ ਲੱਗੇ ਕੋਈ ਗੱਲ ਨਹੀਂ, ਜੇ ਤੇਥੋਂ ਉੱਠ ਤੇ ਬੈਠ ਤੇ ਨਹੀਂ ਜਪਿਆ ਜਾਂਦਾ, ਤੇਥੋਂ ਘਰ ਬਹਿ ਕੇ ਪਰਿਵਾਰ 'ਚ ਰਹਿ ਕੇ ਨਹੀਂ ਜਪਿਆ ਜਾਂਦਾ, ਤੇ ਆਹ ਤੈਨੂੰ ਫਿਰ ਸਤ ਸੰਗਤਾਂ ਬਣਾ ਦਿੰਦੇ ਆ ਭਾਈ, ਟਿਕਾਣੇ ਨਿਸ਼ਚਿਤ ਕਰ ਦਿੰਦੇ ਆ। ਪਰ ਇਹਨਾਂ ਟਿਕਾਣਿਆਂ 'ਤੇ ਵੀ ਸਿਵਾਏ ਨਾਮ ਤੋਂ ਹੋਰ ਕੋਈ ਗੱਲਾਂ ਬਾਤਾਂ ਮਤ ਕਰਿਓ। ਇਹ ਟਿਕਾਣੇ ਕੇਵਲ ਤੇ ਕੇਵਲ ਪ੍ਰਭੂ ਜੀ ਦੇ ਨਾਮ ਜਪਣ ਲਈ ਨੇ। ਇੱਥੇ ਹੋਰ ਕਿਸੇ ਪ੍ਰਕਾਰ ਦੀ ਦੁਨੀਆਦਾਰੀ ਦੀਆਂ ਗੱਲਾਂ ਬਾਤਾਂ ਨਾ ਕਰਿਓ। ਬੜੇ ਲੰਮੇਰੇ ਸਮੇਂ ਤੱਕ ਸਾਡੇ ਵਡੇਰਿਆਂ ਦੇ ਵੇਲੇ, ਜਿਹਨੂੰ ਪਹਿਲਾਂ ਧਰਮਸ਼ਾਲਾ ਕਿਹਾ ਗਿਆ, ਬਾਅਦ ਸਤ ਸੰਗਤ ਕਿਹਾ ਗਿਆ, ਧਰਮਸ਼ਾਲਾ ਸੰਗਤ ਦੇ ਨਾਲ ਬਾਅਦ 'ਚ ਗੁਰਦੁਆਰਾ ਸਾਹਿਬ ਕਿਹਾ ਗਿਆ, ਇੱਥੇ ਕਿਸੇ ਪ੍ਰਕਾਰ ਦੀ ਦੁਨੀਆ ਦੀ ਰਾਜਨੀਤੀ ਨਹੀਂ ਸੀ ਹੁੰਦੀ। ਬਸ ਕੇਵਲ ਭਜਨ ਬੰਦਗੀ, ਸਿਮਰਨ ਭਜਨ ਕਰਨ ਵਾਸਤੇ ਪਿਆਰਿਆਂ ਨੇ ਆਉਣਾ। ਸਿਮਰਨ ਭਜਨ ਏਕ ਹੀ ਉੱਥੋਂ ਦਾ ਆਗੂ ਹੋਣਾ। ਜਿਤਨਾ ਭਜਨ ਏਕ ਹੋਏਗਾ, ਜਿਸ ਨੇ ਸਮਾਂ ਲਾਇਆ ਹੋਏਗਾ, ਉਹੀ ਭਜਨ ਏਕ ਨੂੰ ਆਗੂ ਹੋਣਾ। ਬਸ ਉੱਥੇ ਹੀ ਲੋਕ ਭਲਾਈ ਦੇ ਕਰਤੱਵ ਬਣੇ, ਉੱਥੇ ਪਿਆਰ ਉਪਦੇਸ਼ ਦੀਆਂ ਸਾਂਝਾਂ ਹੋਣੀਆਂ, ਪਰਉਪਕਾਰ ਦੇ ਕਰਤੱਵ ਬਣੇ। ਕਿਤੇ ਜਿਹਨੂੰ ਗਾਹੇ ਬਗਾਹੇ ਲੋੜ ਪੈਣੀ, ਉਹਨੇ ਧਰਮਸ਼ਾਲਾ ਜਾ ਕੇ ਆਪਣੀ ਲੋੜ ਦੱਸ ਦੇਣੀ, ਉਹਨਾਂ ਨੇ ਕਰ ਦੇਣੀ। ਨਾ ਹੋਏ ਤਾਂ ਸੰਗਤ ਨੂੰ ਪੁਕਾਰ ਕੇ ਕਹਿਣਾ ਭਾਈ ਆਹ ਲੋੜ ਪਈ ਹੈ, ਕਰ ਦਿਓ। ਹੋਰ ਕਿਸੇ ਪ੍ਰਕਾਰ ਦਾ ਸੰਸਾਰ ਦਾ ਰਾਜ ਰੌਲਾ ਉੱਥੇ ਨਹੀਂ ਸੀ ਪੈਂਦਾ। ਪਰ ਸਮੇਂ ਦੀ ਧਾਰਾਵਾਂ ਬਦਲੀਆਂ। ਅੱਜ ਬਹੁਤੀਆਂ ਥਾਵਾਂ 'ਤੇ ਸਿਰਫ ਰਾਜ ਰੌਲੇ ਰਹਿ ਗਿਆ ਹੈ। ਭਜਨ ਬੰਦਗੀ ਤੇ ਕੇਵਲ ਕਰਮ ਕਾਂਡ ਬਣ ਕੇ ਰਹਿ ਗਈ। ਬਿਲਕੁਲ ਅਸੀਂ ਉਲਟੇ ਰਾਹ 'ਤੇ ਚਲੇ ਗਏ ਹਾਂ। ਭਜਨ ਬੰਦਗੀ ਤੇ ਕੇਵਲ ਕਰਮ ਕਾਂਡ ਬਣ ਕੇ ਬਸ ਹਾਂ ਜੀ ਕਰਨਾ, ਇੰਨੀ ਕਿਰਿਆ ਨਿਭਾਣੀ। ਗੁਰਦੇਵ ਕਿਰਪਾ ਕਰਨ, ਅਸੀਂ ਜਿਤਨੇ ਕੁ ਜੀ ਬਾਣੀ ਨਾਲ ਪਿਆਰ ਕਰਦੇ ਹਾਂ, ਗੁਰੂ ਨਾਨਕ ਦੇ ਦਾਤੇ ਟਿਕਣ ਦਾ ਯਤਨ ਕਰਦੇ ਹਾਂ, ਉਹ ਤੇ ਸਮਝ ਸਕੀ ਕਿ ਭਾਈ ਆਹ ਸਤ ਸੰਗਤ ਦਾ ਮੁਕਾਮ ਕੇਵਲ ਭਜਨ ਬੰਦਗੀ ਵਾਸਤੇ ਹੈ। ਇਹ ਹੋਰ ਕਿਸੇ ਕਾਰਨ ਦਾ ਪਲੇਟਫਾਰਮ ਨਹੀਂ ਹੈ। ਇਹ ਟਿਕਾਣਾ ਹੈ ਸਾਨੂੰ ਗੁਰੂ ਨਾਨਕ ਜੀ ਨੇ ਬਣਾ ਕੀਤਾ। ਭਾਈ ਇੱਥੇ ਕੇਵਲ ਭਜਨ ਬੰਦਗੀ ਕਰਨਾ, ਕੀਰਤਨ ਕਰਨਾ, ਕਥਾ ਕੀਰਤਨ ਬਾਣੀ, ਬਸ ਤੀਜਾ ਕੰਮ ਇੱਥੇ ਨਹੀਂ ਹੋਣਾ ਚਾਹੀਦਾ। ਗੁਰਦੇਵ ਕਿਰਪਾ ਕਰਨ ਅਸੀਂ ਇਸ ਗੱਲ ਨੂੰ ਸਮਝ ਸਕੀਏ। ਇਸੇ ਕਰਕੇ ਮਹਾਰਾਜ ਨੇ ਅੱਜ ਪਿਆਰੇ ਉਪਦੇਸ਼ ਦਿੱਤੇ ਨੇ, ਭਾਈ ਜੇ ਤੇਥੋਂ ਆਪਣੇ ਨਿੱਜ ਵਿੱਚ ਪਰਿਵਾਰਕ ਮੰਡਲਾਂ 'ਚ ਰਹਿ ਕੇ ਸਤ ਸੰਗਤ ਨਹੀਂ ਹੋ ਪਾ ਰਹੀ, ਤੂੰ ਆਪਣੇ ਸਮੇਂ ਦੀ ਸੰਭਾਲ ਬਿਹਤਰੀਨ ਤਰੀਕੇ ਨਾਲ ਨਹੀਂ ਕਰ ਪਾ ਰਿਹਾ, ਤੇ ਕੋਈ ਗੱਲ ਨਹੀਂ, ਫਿਰ ਤੂੰ ਸੰਗਤ ਵਿੱਚ ਆ ਜਾਇਆ ਕਰ। ਤੇ ਕਿੱਥੇ ਜਾਵਾਂ ਬਾਬਾ? ਕਹਿਣ ਲੱਗੇ ਤਿਤ ਜਾਏ ਬਾਹੋ, ਉੱਥੇ ਜਾ ਕੇ ਬਹਿ ਜਾਇਆ ਕਰੋ। ਉਹਨੂੰ ਕੀ ਕਹਿੰਦੇ ਨੇ ਬਾਬਾ, ਕਿੱਥੇ? ਕਹਿਣ ਲੱਗੇ ਤਿਤ ਜਾਏ ਬਾਹੋ ਸਤ ਸੰਗਤੀ, ਸਤ ਸੰਗਤ ਦੇ ਵਿੱਚ ਆ ਜਾਇਆ ਕਰੋ ਭਾਈ। ਔਰ ਬੜਾ ਪਿਆਰਾ ਅੱਗੇ ਜਾ ਕੇ ਬਚਨ ਮਿਲਣਾ ਸਾਨੂੰ ਕਿ ਭਾਈ ਇੱਥੇ ਜਦੋਂ ਆ ਕੇ ਬੈਠੀਏ ਨਾ, ਤੇ ਕਿੱਦਾਂ ਬੈਠੀਏ? ਮਹਾਰਾਜ ਕਹਿਣਗੇ ਹਰਨਾਮੈ ਕੇ ਹੋਵੋ ਜੋੜੀ। ਇੱਥੇ ਅਗਰ ਜੁੜਨਾ ਹੈ ਤੇ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਹੀ ਜੁੜਨਾ ਹੈ। ਇੱਥੇ ਕੋਈ ਧੜੇਬੰਦੀ, ਕੋਈ ਪਾਰਟੀ ਬੰਦੀ, ਕੋਈ ਗਰੁੱਪਬਾਜ਼ੀ ਨਾ ਹੋਵੇ। ਇੱਥੇ ਕੇਵਲ ਇੱਕੋ ਗੱਲ ਹੋਵੇ, ਹਰਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ।
ਭਾਈ ਇੱਥੇ ਚਾਦਰਾਂ ਦਰੀਆਂ ਸਫਾਂ ਜੋ ਮੌਕੇ ਮੁਤਾਬਕ ਹੈ ਵਿਛਾਓ, ਬਹਿ ਜਾਓ ਅਤੇ ਪ੍ਰਭੂ ਦੀ ਬੰਦਗੀ ਕਰਿਆ ਕਰੋ। ਬਸ ਇੱਥੋਂ ਹੋਰ ਤੀਜੀ ਗੱਲ ਇੱਥੇ ਇਸੇ ਕਰਕੇ ਅੱਜ ਤੱਕ ਜਦੋਂ ਸਤ ਸੰਗਤ ਵਿੱਚ ਸਾਡੇ ਜੋ ਵਡੇਰਿਆਂ ਮਰਿਆਦਾ ਸਥਾਪਿਤ ਕੀਤੀ ਹੈ, ਉਹਦੇ ਵਿੱਚ ਪਾਵਨ ਬਾਣੀ ਕਾ ਪਾਠ, ਕੀਰਤਨ, ਕਥਾ, ਬਸ ਇਹ ਤੋਂ ਵੱਧ ਹੋਰ ਕੋਈ ਕਹਾਣੀ ਦੁਨੀਆ ਦੀ ਰਾਜਗਰਦੀਆਂ ਦੇ ਲੈਕਚਰ, ਲੋਕ ਕੀ ਕਰਦੇ ਨੇ, ਕਿਉਂ ਕਰਦੇ ਨੇ, ਇੱਥੇ ਕੋਈ ਚਰਚਾਵਾ ਨਹੀਂ। ਕਿਸੇ ਜਾਤੀ ਸੰਪਰਦਾ ਦੇ ਕੀਤੇ ਕੰਮਾਂ 'ਤੇ ਟਿੱਪਣੀਆਂ ਟੀਕਾ ਨਹੀਂ। ਇੱਥੇ ਕਿਸੇ ਵਿਅਕਤੀ 'ਤੇ ਨਿੱਜੀ ਵਿਅਕਤੀਗਤ ਗੱਲਾਂ ਬਾਤਾਂ ਨਹੀਂ। ਗੁਰਦੇਵ ਕਿਰਪਾ ਕਰਨ ਅਸੀਂ ਪਰਹੇਜ਼ ਕਰ ਸਕੀਏ, ਸਾਨੂੰ ਸਮਝ ਆ ਜਾਏ ਇੱਥੇ ਤੇ ਕੇਵਲ ਪਰਮੇਸ਼ਵਰ ਜੀ ਦੇ ਨਾਮ ਜਪਣ ਦਾ ਇੱਕ ਟਿਕਾਣਾ ਹੈ। ਇੱਥੇ ਕੀ ਹੁੰਦਾ ਹੈ? ਜੇ ਕੋਈ ਪੁੱਛੇ ਕਿ ਸਤ ਸੰਗਤ ਵਿੱਚ ਹੁੰਦਾ ਕੀ ਹੈ, ਕਹਿਣ ਲੱਗੇ ਤਿਤ ਜਾਏ ਬਹੁਤ ਸਤ ਸੰਗਤੀ। ਹੁਣ ਸਤ ਸੰਗਤ ਦੀ ਪਹਿਚਾਨ ਕੀ ਹੈ? ਜਿੱਥੇ ਹਰ ਕਾ ਹਰ ਨਾਮ ਬਿਲੋਈਐ, ਜਿੱਥੇ ਵਾਹਿਗੁਰੂ ਜੀ ਦੇ ਨਾਮ ਦਾ ਬਿਲੋਵਣਾ ਹੁੰਦਾ ਹੈ। ਬਿਲੋਵਣਾ ਬੜਾ ਪੁਰਾਣਾ ਸ਼ਬਦ ਹੈ, ਥੋੜ੍ਹਾ ਜਿਹਾ ਇਹ ਹਿੰਦੀ ਦੇ ਨਾਲ ਜੁੜਦਾ ਮਿਲਦਾ। ਪੰਜਾਬੀ 'ਚ ਉਹਨੂੰ ਰਿੜਕਣਾ ਕਹਿੰਦੇ ਨੇ। ਅਸੀਂ ਘਰਾਂ 'ਚ ਦੁੱਧ ਰਿੜਕਦੇ ਆਪਣੇ ਬਜ਼ੁਰਗ ਮਾਵੀਆਂ ਨੂੰ ਦੇਖਿਆ ਨਾ, ਉਹ ਸਵੇਰੇ ਉੱਠਦੀਆਂ, ਬਾਲਕਾਂ ਦੇ ਉੱਠਣ ਤੋਂ ਪਹਿਲਾਂ ਬਜ਼ੁਰਗ ਮਾਈਆਂ ਦੁੱਧ ਰਿੜਕ ਲੈਂਦੀਆਂ। ਰਿੜਕਣ ਦਾ ਮਤਲਬ ਹੀ ਹਿੰਦੀ ਵਿੱਚ ਖਾਸ ਕਰਕੇ ਜਿੱਥੇ ਬਾਬਾ ਕਬੀਰ ਸਾਹਿਬ ਜੀ ਦਾ ਇਲਾਕਾ ਰਿਹਾ ਹੈ, ਉੱਥੇ ਬਿਲੋਵਣਾ ਸ਼ਬਦ ਵਰਤੇ। ਇਸੇ ਕਰਕੇ ਕਬੀਰ ਸਾਹਿਬ ਜੀ ਨੇ ਬਚਨ ਵਰਤਿਆ ਵੀ ਹਰ ਕਾ ਬਿਲੋਵਨਾ ਬਿਲੋਵ ਮੇਰੇ ਭਾਈ। ਹਿੰਦੀ ਭਾਸ਼ਾ ਵਿੱਚ ਬਿਲੋਵਣਾ ਕਹਿੰਦੇ ਰਿੜਕਣਾ ਨੂੰ। ਉਹ ਭਾਈ ਇੱਥੇ ਆ ਕੇ ਬੈਠਣਾ ਅਤੇ ਸਤ ਸੰਗਤ ਦੀ ਪਹਿਚਾਨ ਹੈ, ਜਿੱਥੇ ਵਾਹਿਗੁਰੂ ਜੀ ਦੇ ਨਾਮ ਨੂੰ ਰਿੜਕਿਆ ਜਾਂਦਾ ਹੈ। ਰਿੜਕਣ ਦਾ ਮਤਲਬ ਹੈ ਬਾਰੰਬਾਰ ਇੱਕੋ ਹੀ ਕਿਰਿਆ ਹੁੰਦੀ ਹੈ। ਰਿੜਕਣਾ ਕੋ ਬਹੁਤੀਆਂ ਕਿਰਿਆਵਾਂ ਨਹੀਂ ਨਾ, ਵਧਾਣੀ ਓਨੇ ਕੁ ਥਾਂ 'ਤੇ ਬਸ ਓਨੇ ਕੁ ਚੱਕਰ ਸੱਜੇ, ਓਨੇ ਕੁ ਚੱਕਰ ਖੱਬੇ, ਵਧਾਣੀ ਓਨੇ ਕੁ ਥਾਂ 'ਚ ਘੁੰਮਦੀ ਰਹਿੰਦੀ ਹੈ। ਅਤੇ ਇੱਥੇ ਵੀ ਇਸੇ ਕਰਕੇ ਲੋਕਾਂ ਨੂੰ ਇੱਥੇ ਕੁਝ ਗੱਲਾਂ ਸਮਝ ਨਹੀਂ ਆਉਂਦੀਆਂ ਕਿ ਇੱਥੇ ਗੱਲਾਂ ਦੁਹਰਾਈਆਂ ਜਾਂਦੀਆਂ ਨੇ। ਆਸਾ ਕੀ ਵਾਰ ਨਿਤਾ ਪ੍ਰਤੀ ਸੈਂਕੜੇ ਸਾਲਾਂ ਤੋਂ ਦੁਹਰਾਈ ਤੇ ਜਾ ਰਹੀ ਹੈ। ਸੋਦਰ ਕਾ ਪਾਠ ਦੁਹਰਾਇਆ ਤੇ ਜਾ ਰਹੇ ਹੈ। ਬਾਰੰਬਾਰ ਕਥਾ ਕੀਰਤਨ ਦੁਹਰਾਇਆ ਤੇ ਜਾ ਰਹੇ ਹੈ। ਨਿਤ ਵੇਖਦੇ ਆ ਹੁਕਮਨਾਮੇ ਜੋ ਆਪਾਂ ਸ਼੍ਰੀਮੁਖ ਵਾਕ ਕਹਿੰਦੇ ਆ, ਦੁਹਰਾ ਕੇ ਤੇ ਮਿਲਦੇ ਨੇ ਸ਼ਬਦ। ਉਹੀ ਮੁੜ ਕੇ ਆਪਾਂ ਪੜ੍ਹਦੇ ਹਾਂ। ਸਾਡੇ ਕੋਲ 1430 ਅੰਕ ਨੇ, ਅਸੀਂ ਇਹੀ ਦੁਹਰਾ ਕੇ ਪੜ੍ਹਦੇ ਰਹਿਣਾ ਨਾ, ਬਿਲੋਵੰਦੇ ਰਹਿਣਾ, ਕਿਉਂਕਿ ਸਾਨੂੰ ਇਹਦੇ ਵਿੱਚੋਂ ਹੀ ਕੁਝ ਨਾ ਕੁਝ ਮਿਲਦਾ। ਹਰ ਇੱਕ ਜੀ ਨੂੰ ਉਹਦੀ ਲੋੜ ਮੁਤਾਬਕ ਇਹਦੇ ਵਿੱਚੋਂ ਮਿਲਣਾ। ਬਸ ਇਹੀ ਹੈ ਭਾਈ, ਬਿਲੋਵਣਾ ਕਰਿਆ ਕਰੀਏ। ਬਾਬਾ ਕਬੀਰ ਸਾਹਿਬ ਨੇ ਹਰ ਕਾ ਬਿਲੋਵਨਾ ਬਿਲੋਵ ਮੇਰੇ ਭਾਈ। ਪਰ ਕਿੱਦਾਂ ਬਿਲੋਵੀਏ, ਕਿੱਦਾਂ ਰਿੜਕੀਏ? ਕਹਿਣ ਲੱਗੇ ਸਹਿਜ ਬਿਲੋਵੋ। ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੇ ਜਪ ਲਈ ਕਿਸੇ ਪ੍ਰਕਾਰ ਦੀ ਕਾਹਲੀ ਨਹੀਂ ਕਰਨ ਦੀ ਜ਼ਰੂਰਤ। ਕਥਾ ਕੀਰਤਨ ਦੇ ਵਿੱਚ ਵੀ ਕਾਹਲੀ ਅਤੇ ਉੱਚੀ ਚੀਕਾਂ ਮਾਰ ਕੇ ਰੌਲਾ ਰੱਪਾ ਪਾਉਣ ਦੀ ਜ਼ਰੂਰਤ ਨਹੀਂ ਹੈ। ਜ਼ਰੂਰੀ ਨਹੀਂ ਕਿ ਜੋ ਬਹੁਤ ਉੱਚਾ ਬੋਲਦਾ ਹੋਏਗਾ ਉਹੀ ਵਿਦਵਾਨ ਹੈ। ਨਾ ਭਾਈ, ਇੱਥੇ ਉੱਚਾ ਬੋਲਣ ਦੀ ਕੀਮਤ ਨਹੀਂ ਹੈ। ਇੱਥੇ ਤੇ ਹੌਲੀ ਪਿਆਰ ਦੀਆਂ ਗੱਲਾਂ, ਗੁਰੂ ਨਾਨਕ ਦੀਆਂ ਗੱਲਾਂ ਨੇ ਨਾ। ਅਸੀਂ ਤਾਂ ਕੇਵਲ ਬਾਬੇ ਨਾਨਕ ਦੇ ਬਚਨਾਂ ਨੂੰ ਪੜ੍ਹਨਾ ਹੈ ਅਤੇ ਸੁਣਨਾ ਹੈ ਅਤੇ ਸੁਣਾਉਣਾ ਇੱਕ ਦੂਜੇ ਨੂੰ। ਜਿੰਨਾ ਕੁ ਸਮਝ ਆ ਜਾਏ ਸਮਝਣਾ ਹੈ, ਦੂਜਿਆਂ ਨੂੰ ਸਮਝਾਉਣਾ ਹੈ, ਦੂਜਿਆਂ ਤੋਂ ਪੁੱਛਣਾ ਹੈ ਤਾਂ ਕਿ ਮੈਨੂੰ ਸਮਝ ਆ ਜਾਏ। ਇੱਥੇ ਤੇ ਬਸ ਲੇਵਾ ਦੇਵੀ ਹੈ। ਜਿੱਥੇ ਸੰਤ ਮਿਲੈ ਕਿਛ ਸੁਣੀਐ ਕਹੀਏ, ਆ ਸੰਗਤ ਬੈਠੀਏ, ਇਹ ਸੰਤ ਨੇ। ਬਾਹਰ ਵਿਚਰਦੇ ਅਸੀਂ ਸਾਰੇ ਠੀਕ ਹੈ, ਵਿਅਕਤੀਗਤ ਅਲੱਗ ਜੀ ਆ, ਇੱਕ ਦੂਜੇ ਦੇ ਨਾਂ ਅਤੇ ਪਤੇ ਤੋਂ ਜਾਣਦੇ ਹੋਵਾਂਗੇ। ਪਰ ਜਦੋਂ ਇੱਥੇ ਇੱਕ ਦਰਬਾਰ 'ਚ ਗੁਰੂ ਨਾਨਕ ਦੇ ਕੋਲ ਮੱਥਾ ਟੇਕ ਕੇ ਬਹਿ ਜਾਓ, ਫਿਰ ਮਤ ਖਿਆਲ ਕਰਨਾ ਕਿ ਫਲਾਣਾ ਬੰਦਾ ਬੈਠਾ ਨਹੀਂ। ਹੁਣ ਤੇ ਗੁਰੂ ਨਾਨਕ ਦਾ ਪਿਆਰਾ ਹੈ, ਗੁਰੂ ਨਾਨਕ ਸਾਹਿਬ ਦੇ ਕੋਲ ਬੈਠਾ ਹੈ, ਅਤੇ ਗੁਰੂ ਨਾਨਕ ਸਾਹਿਬ ਦੇ ਕੋਲ ਬੈਠਾ ਗੁਰੂ ਨਾਨਕ ਦਾ ਸੰਤ ਹੈ। ਜਿਵੇਂ ਕਹਿੰਦੇ ਨਾ, ਅੱਗ ਦਾ ਕੋਲਾ ਜਿੰਨਾ ਚਿਰ ਅੱਗ ਤੋਂ ਬਾਹਰ ਰਹਿੰਦਾ ਉਹਨਾਂ ਚਿਰ ਕੋਲਾ ਹੈ, ਪਰ ਜਦੋਂ ਅੱਗ ਦੇ ਵਿੱਚ ਆ ਜਾਂਦਾ ਫਿਰ ਅੰਗਾਰ ਹੋ ਜਾਂਦਾ, ਫਿਰ ਅੰਗਿਆਰਾ ਹੋ ਜਾਂਦਾ, ਚੰਗਿਆੜੀ ਹੋ ਜਾਂਦੀ ਹੈ। ਬਾਹਰ ਕੋਲਾ ਹੈ, ਬਾਹਰ ਉਹਦੇ 'ਚੋਂ ਕਾਲਖ ਝੜਦੀ ਹੈ। ਸਮਝ ਆਈ? ਠੀਕ ਹੈ, ਹੋਏਗਾ। ਬਾਹਰ ਸਾਡੇ ਤੁਹਾਡੇ 'ਚ ਵੀ ਨਿੰਦਾ ਹੋ ਸਕਦੀ ਹੈ, ਅਸੀਂ ਥੋੜ੍ਹਾ ਬਹੁਤਾ ਕਰਦੇ ਹੋਵਾਂਗੇ, ਦੁਨੀਆ ਦੀਆਂ ਗੱਲਾਂ ਬਾਤਾਂ ਕਰਦੇ ਹੋ, ਕਲਕ ਝੜਦੀ ਹੋਏਗੀ। ਪਰ ਜਦੋਂ ਅਸੀਂ ਸੰਗਤ ਵਿੱਚ ਆ ਜਾਂਦੇ ਹਾਂ, ਕੋਈ ਪ੍ਰੇਮੀ ਆ ਕੇ ਬਹਿ ਜਾਂਦਾ ਹੈ,
ਹੁਣ ਉਹਦੇ 'ਚੋਂ ਕਾਲਖ ਤੇ ਨਹੀਂ ਝੜਦੀ ਨਾ। ਪਹਿਲੀ ਗੱਲ ਤੇ ਬੋਲਦਾ ਹੀ ਨਹੀਂ, ਜੇ ਗੱਲ ਕਰਦਾ ਹੈ ਤੇ ਕਲ ਗੁਰੂ ਨਾਨਕ ਦੇ ਗੁਰੂ ਗੁਰੂ ਕਹਿੰਦਾ। ਇਸੇ ਕਰਕੇ ਸਾਨੂੰ ਕਿਹਾ ਨਾ ਕਿ ਭਾਈ ਸਤ ਸੰਗਤ ਚਲਤਿਆਂ ਗੱਲਬਾਤ ਨਹੀਂ ਕਰਨੀ ਚਾਹੀਦੀ। ਦਸ਼ਮੇਸ਼ ਪਾਤਸ਼ਾਹ ਸਾਹਿਬ ਤੇ ਬਹੁਤ ਵੱਡੀ ਗੱਲ ਕਹਿੰਦੇ ਨੇ, ਸਾਨੂੰ ਸਮਝ ਆ ਜਾਏ। ਮਹਾਰਾਜ ਨੂੰ ਇੱਕ ਵਾਰ ਪੁੱਛਿਆ ਕਿ ਬਾਬਾ ਜੀ, ਜਦੋਂ ਕਥਾ ਕੀਰਤਨ ਹੋ ਰਿਹਾ ਹੋਵੇ, ਪਾਠ ਹੋ ਰਿਹਾ ਹੋਵੇ ਤੇ ਕੋਈ ਬੰਦੇ ਗੱਲਾਂ ਬਾਤਾਂ ਕਰੀ ਜਾਣ, ਉਹਨਾਂ ਨੂੰ ਕੀ ਮਿਲੇਗਾ? ਅਸੀਂ ਕਦੇ ਕਦੇ ਸੁਣਦੇ ਆ ਨਾ, ਇੱਥੇ ਕੀਰਤਨ ਹੋ ਰਿਹਾ, ਕਥਾ ਹੋ ਰਹੀ ਹੈ ਤੇ ਬਾਹਰ ਆਪਣੀ ਆਰੰਭ ਕਹਾਣੀਆਂ ਪਾਈ ਜਾਂਦੇ ਨੇ। ਕਈ ਵਾਰ ਤਾਂ ਇੰਨੀ ਉੱਚੀ ਆਵਾਜ਼ ਹੋ ਜਾਂਦੀ ਹੈ ਕਿ ਕੀਰਤਨੀਆਂ ਵੀ ਡਿਸਟਰਬ ਹੋ ਜਾਂਦਾ ਹੈ। ਦਸ਼ਮੇਸ਼ ਪਾਤਸ਼ਾਹ ਦੇ ਪਿਆਰੇ ਬਚਨ ਨੇ, ਵਡੇਰਿਆਂ ਨੇ ਪੜ੍ਹੇ ਸੁਣੇ ਹੋਣਗੇ, ਸਤ ਸੰਗਤ ਚਲਤ ਜੋ ਬਾਤ ਚਲਾਵੈ, ਸੋ ਸਿੱਖ ਕੁੰਭੀ ਨਰਕ ਸਿਧਾਵੈ। ਹੁਣ ਇਹ ਤੋਂ ਅੱਗੇ ਕੀ ਰਹਿ ਗਿਆ ਵੀ ਸੰਗਤ ਹੋ ਰਹੀ ਹੈ ਤੇ ਅਸੀਂ ਆਪਣੀਆਂ ਗੱਲਾਂ ਲੈ ਕੇ ਬੈਠੇ ਹਾਂ। ਉਹ ਭਾਈ ਆਪਣੀਆਂ ਗੱਲਾਂ ਵਾਸਤੇ ਬਾਕੀ 22-23 ਘੰਟੇ ਬਹੁਤ ਨੇ, ਜਿੰਨੀਆਂ ਮਰਜ਼ੀ ਕਰ ਲਿਓ। ਆਹ ਥੋੜ੍ਹਾ ਜਿਹਾ ਸਮਾਂ ਗੁਰੂ ਕੀ ਗੱਲ ਕਹਿ ਲਈਏ, ਸੁਣ ਲਈਏ, ਪੜ੍ਹ ਲਈਏ, ਮਤਾਂ ਕੁਝ ਸਾਡੇ 'ਤੇ ਅਸਰ ਹੋ ਜਾਏ। ਕਹਿਣ ਲੱਗੇ ਸੇ ਹਰ ਕਾ ਬਿਲੋਵਨਾ, ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਜਿੱਥੇ ਪਹਿਚਾਨ ਉਹਦੀ ਸਤ ਸੰਗਤ ਦੀ, ਜਿੱਥੇ ਵਾਹਿਗੁਰੂ ਜੀ ਦੇ ਨਾਮ ਦੀ ਚਰਚਾ, ਰਿੜਕਣ ਨੂੰ ਅਸੀਂ ਇੰਝ ਸਮਝ ਸਕੀ ਜਿੱਥੇ ਵਾਹਿਗੁਰੂ ਜੀ ਦੇ ਨਾਮ ਦੀ ਚਰਚਾ ਹੋ ਰਹੀ ਹੈ, ਜਿੱਥੇ ਵਾਹਿਗੁਰੂ ਜੀ ਦੇ ਨਾਮ ਨੂੰ ਜਪਿਆ ਜਾ ਰਿਹਾ। ਅਸੀਂ ਸਮਝਦੇ ਕਿ ਵਾਹਿਗੁਰੂ ਵਾਹਿਗੁਰੂ ਕਹਿ ਰਹੇ ਨੇ, ਉਹੀ ਜਪ ਹੈ। ਨਹੀਂ, ਸੰਪੂਰਨ ਬਾਣੀ ਦਾ ਪਾਠ ਕਰਨਾ ਨਾਮ ਦਾ ਜਾਪ ਹੈ। ਆਸਾ ਕੀ ਵਾਰ ਦਾ ਕੀਰਤਨ ਜਾਂ ਹੋਰ ਦੁਪਹਿਰੇ ਸਵੇਰੇ ਸ਼ਾਮ ਜੋ ਕੀਰਤਨ ਸੰਗਤ ਪਿਆਰ ਨਾਲ ਕਰਦੇ ਨੇ, ਸਭ ਨਾਮ ਦਾ ਜਾਪ ਹੈ। ਹੁਣ ਅਸੀਂ ਕਥਾ ਕਰਦੇ ਤੇ ਸੁਣਦੇ ਹਾਂ, ਹੁਣ ਵੀ ਅਸੀਂ ਨਾਮ ਦੇ ਜਾਪ ਦੇ ਖਾਨੇ ਵਿੱਚ ਹੀ ਹਾਂ। ਘਰ ਸਾਡਾ ਇੱਕੋ ਹੀ ਹੈ, ਬਸ ਉਹਦੇ ਰੂਪ ਬਾਹਰਲੇ ਅਲੱਗ-ਅਲੱਗ ਨੇ। ਮਹਾਰਾਜ ਕਹਿੰਦੇ ਕਿ ਜਿੱਥੇ ਵਾਹਿਗੁਰੂ ਜੀ ਦੇ ਨਾਮ ਦੀ ਚਰਚਾ ਹੈ, ਉੱਥੇ ਜਾ ਕੇ ਬਹਿ ਜਾਓ ਅਤੇ ਉੱਥੇ ਜਾ ਕੇ ਬਹਿ ਕੇ ਬੜੀ ਸਾਵਧਾਨੀ ਦੇ ਨਾਲ ਵਾਹਿਗੁਰੂ ਜੀ ਦੇ ਨਾਮ ਦੀ ਚਰਚਾ ਦੇ ਵਿੱਚ ਸ਼ਾਮਲ ਹੋ ਜਾਓ। ਸਾਵਧਾਨੀ ਕਿਤਨੀ ਹੋਵੇ? ਕਹਿਣ ਲੱਗੇ ਇਹ ਮਨ ਈਟੀ ਹਾਥ ਕਰੋ। ਆਪਾਂ ਕਦੇ ਕਦੇ ਪੜ੍ਹਿਆ ਬਚਨ ਨਾ, ਸੂਹੀ ਰਾਗ ਦਾ ਪਹਿਲਾ ਬਚਨ ਹੈ, ਇਹ ਮਨ ਈਟੀ ਹਾਥ ਕਰੋ, ਫੁਰ ਨੇਤਰੋ ਨੀਂਦ ਨ ਆਵੈ, ਰਸਨਾ ਨਾਮ ਜਪੋ ਤਬ ਮਥੀਐ, ਇਨ ਵਿਦ ਅੰਮ੍ਰਿਤ ਪਾਵੋ। ਇੱਥੋਂ ਅਗਰ ਕਿਸੇ ਨੇ ਪ੍ਰਾਪਤ ਕਰਨਾ ਹੈ ਅੰਮ੍ਰਿਤ ਨੂੰ, ਤੇ ਸਾਵਧਾਨੀ ਦੀ ਬੜੀ ਦਰਕਾਰ ਹੈ, ਬੜੀ ਜ਼ਰੂਰਤ ਹੈ ਸਾਵਧਾਨੀ ਦੀ। ਇੱਥੇ ਅਵੇਸਲੇ ਹੋ ਕੇ ਨਹੀਂ ਬਹਿਣਾ, ਇੱਥੇ ਧਿਆਨ ਦੇ ਨਾਲ ਪਾਵਨ ਬਚਨਾਂ ਨੂੰ, ਜਿੱਥੇ ਬਾਹਰੋਂ ਕੰਨਾਂ ਦੇ ਨਾਲ ਗੁਰਬਾਣੀ ਦੀ ਵਿਚਾਰਾਂ ਤੁਕਾਂ ਨੂੰ ਸੁਣਨਾ ਹੈ। ਅੰਦਰ ਸਿਆਣੇ ਕਹਿੰਦੇ ਨੇ ਕਿ ਜਦੋਂ ਅੰਦਰ ਤੇ ਬਾਹਰ ਦਾ ਸਾਡਾ ਸੁਮੇਲ ਬਣ ਜਾਂਦਾ ਹੈ, ਹੌਲੀ ਹੌਲੀ ਸਾਨੂੰ ਪ੍ਰਾਪਤੀ ਹੋਣ ਲੱਗ ਪਈ। ਸਭ ਦੱਸਦੇ ਹੁੰਦੇ ਸੀ ਵੀ ਮਾਂ ਭਾਈ ਤੁਸੀਂ ਕੀਰਤਨ ਸੁਣਨ 'ਚ ਬੈਠੇ ਹੋ, ਕੀਰਤਨੀਆਂ ਕੀਰਤਨ ਕਰਦਾ ਹੈ, ਕਥਾਵਾਚਕ ਆਪਣੀ ਕਥਾ ਕਰਦਾ ਪਿਆ, ਉਹਦੇ ਵਿੱਚ ਥੋੜ੍ਹਾ ਥੋੜ੍ਹਾ ਸਮਾਂ ਹੁੰਦਾ ਨਾ, ਜਿਹਨੂੰ ਕੀਰਤਨੀ ਸਮ ਕਹਿੰਦੇ ਨੇ, ਵੀ ਇੱਕ ਸੁਰ ਤੋਂ ਦੂਜੀ ਤੱਕ, ਇੱਕ ਤੁਕ ਤੋਂ ਦੂਜੀ ਤੁਕ ਤੱਕ ਵਿਚਕਾਰ ਚੁੱਪ ਕਰ ਜਾਂਦੇ ਨੇ, ਕੁਝ ਸਮਾਂ ਕੇਵਲ ਸੁਰਾਂ ਵਜਾ ਰਹੇ ਹੁੰਦੇ ਨੇ। ਉਦੋਂ ਕੀ ਕਰੀਏ ਜਦੋਂ ਕੰਨਾਂ 'ਚ ਸਿੱਧੇ ਤੌਰ 'ਤੇ ਸ਼ਬਦ ਨਹੀਂ ਪੈ ਰਿਹਾ, ਕੇਵਲ ਸੁਰਾਂ ਪੈ ਰਹੀਆਂ ਨੇ? ਕਿਉਂਕਿ ਉਦੋਂ ਆਪਣੇ ਅੰਦਰ ਆਪਣੇ ਸਵਾਸਾਂ ਦੇ ਨਾਲ ਬੋਲ ਕੇ ਨਹੀਂ ਕਿ ਮਤਾ ਦੂਜਾ ਡਿਸਟਰਬ ਹੋ ਜਾਏ, ਧਿਆਨ ਆਪਣੇ ਸਵਾਸਾਂ 'ਤੇ ਸਵਾਸਾਂ ਦੇ ਨਾਲ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਜਪ ਸਕਦੇ ਹੋ। ਨਿਰੋਲ ਗੁਰਮੰਤਰ ਵਾਹਿਗੁਰੂ ਤੁਹਾਡੇ 'ਤੇ ਨਿਰਭਰ ਕਰਦਾ ਹੈ, ਹਰ ਜੀਅ 'ਤੇ ਨਿਰਭਰ ਕਰਦਾ ਹੈ ਕਿ ਉਹ ਮੂਲ ਮੰਤਰ ਨੂੰ, ਮੂਲ ਮੰਤਰ ਅਤੇ ਗੁਰਮੰਤਰ ਦੇ ਮਿਲਾਪ ਨੂੰ ਕਿਵੇਂ ਜਪਦਾ ਹੈ। ਪਰ ਜਪਣਾ ਵਾਹਿਗੁਰੂ ਹੀ। ਸਤਨਾਮ ਵਾਹਿਗੁਰੂ ਜਪ ਸਕਦੇ ਹੋ, ਵਾਹਿਗੁਰੂ ਜਪ ਸਕਦੇ ਹੋ, ਪਰ ਸਵਾਸਾਂ ਦੇ ਨਾਲ ਧਿਆਨ ਰੱਖਣਾ ਕਿ ਜਿਤਨੇ ਸਮੇਂ ਦੇ ਵਿੱਚ ਉਹਨਾਂ ਨੇ ਇੱਕ ਤੁਕ ਤੋਂ ਦੂਜੀ ਤੁਕ ਦੇ ਵਿੱਚ ਜਾਣਾ ਹੈ, ਇੱਕ ਵਾਰ ਦੋ ਵਾਰ ਜਿਤਨੇ ਸਾਹ ਆਏ, ਘੱਟੋ ਘੱਟ ਓਨੀ ਵਾਰ ਵਾਹਿਗੁਰੂ ਅੰਦਰ ਹੋ ਜਾਏ। ਐਸਾ ਨਾ ਹੋਵੇ ਕਿ ਭਾਈ ਉਹਨਾਂ ਨੇ ਸੁਰਾਂ ਵਜਾਈਆਂ, ਅਸੀਂ ਉਹਦੇ 'ਚ ਕੁਛ ਹੋਰ ਸੋਚਣ ਲੱਗ ਪਏ। ਨਹੀਂ, ਸਵਾਸਾਂ ਦੇ ਵਿੱਚ ਜੋੜ ਦਈਏ ਵਾਹਿਗੁਰੂ ਨੂੰ। ਇੱਕ ਵਾਰ ਅਭਿਆਸ ਕਰਨਾ ਪੈਣਾ, ਫਿਰ ਇੱਕ ਵਾਰ ਅਭਿਆਸ ਬਣ ਜਾਏ ਅਤੇ ਜਦੋਂ ਸਵਾਸ 'ਤੇ ਚੱਲਦੇ ਹੀ ਰਹਿਣੇ ਨਾ ਭਾਈ, ਫਿਰ ਜਦੋਂ ਬਾਹਰਲੇ ਆਵਾਜ਼ਾਂ ਤੋਂ ਫੁਰਸਤ ਮਿਲੇਗੀ, ਸਵਾਸਾਂ ਦੇ ਵਾਜੇ ਦੇ ਨਾਲ ਵਾਹਿਗੁਰੂ ਦਾ ਵਾਜਾ ਵੱਜਣ ਲੱਗ ਪਏਗਾ। ਆ ਵੇਖਿਆ ਨਾ, ਕੀਰਤਨੀਏ
ਸੁਰਾਂ ਦਾ ਬਾਂਦੇ ਉਹਨਾਂ ਦੇ ਗਲੇ ਦਾ ਵਾਜਾ ਵੱਜਦਾ ਹੈ। ਇੱਦਾਂ ਹੀ ਸਵਾਸਾਂ ਦੇ ਨਾਲ ਇਹ ਨਾ ਵਾਜਾ ਪੌਣ ਵਜਾਇਆ, ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ। ਇਹ ਪਵਾਜੇ ਪੌਣ ਨੇ ਵਜਾਇਆ ਨਾ ਸਾਡੇ ਸਰੀਰ ਵਿੱਚ। ਆਹ ਹਾਰਮੋਨੀਅਮ ਵਾਜਾ ਵੀ ਤੇ ਹਵਾ ਨਾਲ ਵੱਜਦਾ ਹੈ ਨਾ, ਤੇ ਸਾਡਾ ਵਾਜਾ ਵੀ ਭਾਈ ਪੌਣ ਦਾ ਕਰਕੇ ਵੱਜਦਾ ਹੈ। ਇਹਦੀਆਂ ਸੁਰਾਂ ਨੂੰ ਇਹਨਾਂ ਨੇ ਮੇਨਟੇਨ ਕਰ ਲਿਆ, ਤੇ ਭਾਈ ਅਸੀਂ ਆਪਣੇ ਆਪ ਨੂੰ ਕਿਉਂ ਨਹੀਂ ਮੇਨਟੇਨ ਕਰ ਪਾ ਰਹੇ? ਆਪਣੇ ਸਵਾਸਾਂ ਦੇ ਨਾਲ ਵਾਹਿਗੁਰੂ ਸਿਮਰਨ ਦਾ ਜੋੜ ਪਾ ਲਈਏ, ਤੇ ਫਿਰ ਕੀ ਹੋ ਜਾਏਗਾ? ਬਿਲੋਵਣਾ ਹੋ ਜਾਏਗਾ। ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਪਰ ਚੇਤਾ ਰੱਖਿਓ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਕਈ ਵਾਰ ਵੇਖਿਆ ਕਿ ਮੈਂ ਕਰਨਾ ਗੁਸਤਾਖੀ ਦੀ ਮਾਫੀ, ਇੰਨੀ ਰਫਤਾਰ ਦੇ ਨਾਲ ਵਾਹਿਗੁਰੂ ਕਿਹਾ ਜਾ ਰਿਹਾ ਹੁੰਦਾ ਹੈ, ਨਾ ਕਹਿਣ ਵਾਲਾ ਵਾਹਿਗੁਰੂ ਕਹਿ ਪਾ ਰਿਹਾ ਹੈ, ਨਾ ਸੁਣਨ ਵਾਲਾ ਵਾਹਿਗੁਰੂ ਸੁਣ ਪਾ ਰਿਹਾ ਹੈ। ਉਹ ਕੁਛ ਤਾਂ ਕੁਛ ਹੀ ਬਣੀ ਜਾਂਦਾ ਹੈ। ਇਸ ਕਰਕੇ ਭਾਈ ਕੀਰਤਨ ਦੇ ਵਿੱਚ ਬੜੀ ਸਹਿਜ ਦੇ ਨਾਲ, ਠਰਮੇ ਦੇ ਨਾਲ ਜਪ ਕਰੀਏ, ਇਕੱਲੇ ਬੈਠਿਆਂ ਬੜੀ ਸਹਿਜ ਦੇ ਨਾਲ ਕਰਿਆ ਕਰੀਏ, ਪਾਠ ਕਰੀਏ, ਸਹਿਜ ਦੇ ਨਾਲ ਕਰਿਆ ਕਰੀਏ। ਅਸਾਂ ਕਿਹੜਾ ਲੇਖਾ ਦੇਣਾ ਵੀ ਇੰਨੇ ਮਿੰਟਾਂ 'ਚ ਇੰਨਾ ਪਾਠ ਕਰਨਾ? ਚੇਤਾ ਰੱਖਣਾ ਪ੍ਰਭੂ ਜੀ ਦੇ ਨਾਲ ਲੇਖਾ ਨਹੀਂ ਕਰਨਾ। ਇੱਕ ਵਾਰ ਵਾਹਿਗੁਰੂ ਕਹਿੰਦੇ ਹੋ, 10 ਵਾਰ ਕਹਿੰਦੇ ਹੋ ਮੁਬਾਰਕਾਂ। ਇੱਕ ਜਪਜੀ ਸਾਹਿਬ ਕਾ ਪਾਠ ਕਰ ਦਿਓ, 10 ਕਰ ਦਿਓ ਮੁਬਾਰਕਾਂ। ਪਰ ਜੋ ਵੀ ਕਰੋ ਸਹਿਜ ਨਾ ਕਰੋ, ਪ੍ਰੇਮ ਨਾ ਕਰੋ। ਕਮ ਸੇ ਕਮ ਆਪਣੇ ਆਪ ਨੂੰ ਤਾਂ ਪਤਾ ਹੋਵੇ ਕਿ ਹਾਂ ਭਾਈ ਮੈਂ ਚੌਪਈ ਸਾਹਿਬ ਦਾ ਪਾਠ ਕੀਤਾ, ਮੈਂ ਜਪਜੀ ਸਾਹਿਬ ਦਾ ਪਾਠ ਕੀਤਾ। ਖੁਦ ਨੂੰ ਤਾਂ ਪਤਾ ਹੋਵੇ, ਕਿਤੇ ਐਸਾ ਤਾਂ ਨਾ ਹੋਵੇ ਕਿ ਸੰਧਿਆ ਨੂੰ ਬੈਠੇ ਸਾਂ ਸੋਦਰ ਦਾ ਪਾਠ ਕਰਦੇ, ਸਮਾਪਤੀ ਜਪਜੀ ਸਾਹਿਬ ਦੀ ਕਰ ਦਿੱਤੀ, ਅਤੇ ਸਵੇਰੇ ਬੈਠੇ ਸਾਂ ਜਪਜੀ ਸਾਹਿਬ ਦਾ ਪਾਠ ਕਰਦੇ, ਸਮਾਪਤੀ ਰਹਿਰਾਸ ਸਾਹਿਬ ਦੀ ਕਰ ਬੈਠੇ। ਉਹ ਨਾ ਭਾਈ ਇਹ ਕੀ ਹੈ? ਅਸੀਂ ਅਬ ਚੇਤੇ ਤੋਂ ਬਿਨਾਂ ਹੀ, ਧਿਆਨ ਤੋਂ ਬਿਨਾਂ ਬਸ ਕਰ ਰਹੇ ਹਾਂ। ਕਹਿ ਲਗੇ ਨਾ ਉੱਥੇ ਆਓ ਜਿੱਥੇ ਹਰ ਕਾ ਹਰ ਨਾਮ ਬਲੋਈਏ। ਮਹਾਰਾਜ ਕਿੱਦਾਂ ਕਰੀਏ? ਕਹਿਣ ਲੱਗੇ ਸਹਿਜੇ ਹੀ ਹਰ ਨਾਮ ਲਿਹੋ। ਬੜੇ ਸੁਖੈਨ ਤਰੀਕੇ ਦੇ ਨਾਲ ਸਹਿਜ ਵਿੱਚ ਆ ਕੇ ਟਿਕੇ ਹੋਏ ਜਦੋਂ ਇੱਥੇ ਆ ਕੇ ਬੈਠੀਏ, ਤੇ ਫਿਰ ਕੀ ਮਿਲਦਾ ਹੈ? ਸਹਿਜੇ ਹੀ ਵਾਹਿਗੁਰੂ ਜੀ ਦੇ ਨਾਮ ਦੀ ਸੁਖੈਨ ਪ੍ਰਾਪਤੀ ਹੁੰਦੀ ਹੈ। ਅਭਿਆਸੀ ਲੋਕ ਮੰਨਦੇ ਨੇ ਕਿ ਜਦੋਂ ਸਤ ਸੰਗਤ ਬੈਠੀ ਹੁੰਦੀ ਹੈ, ਜਿਵੇਂ ਹੁਣ ਅਸੀਂ ਗਿਣਤੀ ਦੇ ਚੱਕਰ 'ਚ ਨਹੀਂ ਅਸੀਂ ਪੈਂਦੇ, ਅਭਿਆਸੀ ਪ੍ਰੇਮੀ ਆ ਕੇ ਬੈਠਦੇ ਨੇ। ਕੁਝ ਸਮਾਂ ਲੱਗਦਾ, ਕਿਉਂਕਿ ਹਰ ਚੀਜ਼ ਸਮੇਂ ਦੇ ਨਾਲ ਹੀ ਪੱਕਦੀ ਹੈ, ਸਮੇਂ ਦੇ ਨਾਲ ਹੀ ਪ੍ਰੋੜਤਾ, ਮੈਚਿਓਰਿਟੀ ਪ੍ਰਾਪਤ ਹੁੰਦੀ ਹੈ। ਸਿਆਣੇ ਮੰਨਦੇ ਨੇ ਕਿ ਅਸੀਂ ਆ ਕੇ ਬਹਿ ਗਏ, ਹੁਣ ਬਹਿ ਕੇ ਵਿਚਾਰ ਹੋਈ ਚਲੋ ਵੀ ਆਪਾਂ ਹੁਣ ਕੀਰਤਨ ਜਾਂ ਪਾਠ ਜਾਂ ਕਥਾ ਆਰੰਭ ਕਰਨੀ ਹੈ। ਪਹਿਲੇ 5-7 ਮਿੰਟ ਤੇ ਇੱਕਦਮ ਟਿਕਾਓ, ਇਕਾਗਰਤਾ ਨਹੀਂ ਮਿਲਦੀ ਨਾ, ਹੌਲੀ ਹੌਲੀ ਅੱਧੀ ਘੜੀ ਲੱਗ ਜਾਂਦੀ ਹੈ। ਮਨ ਦਾ ਟਿਕਾਓ, ਮਨ ਕੇਂਦਰਿਤ ਹੁੰਦਿਆਂ ਕਮ ਸੇ ਕਮ ਅੱਧੀ ਕੁ ਘੜੀ ਲੱਗ ਜਾਂਦੀ ਮਨ ਦਾ ਟਿਕਾਓ ਬਣਦਿਆਂ। ਟਿਕਦਿਆਂ ਜਦੋਂ ਅੱਧੀ ਕੁ ਘੜੀ ਗੁਜ਼ਰ ਰਹੀ ਹੁੰਦੀ ਨਾ, ਉਦੋਂ ਸਾਨੂੰ ਸੰਗਿਆ ਸਾਡੀ ਹੁੰਦੀ ਸਾਧ ਸੰਗਤ, ਜਿਹਨੂੰ ਧੱਦਾ ਮੁਕਤ ਹੈ, ਕੋਈ ਔਂਕੜ ਮਾਤਰਾ ਨਹੀਂ ਹੈ। ਅਸੀਂ ਸਾਧ ਸੰਗਤਾਂ ਕੀ ਅਜੇ ਆਪਣੇ ਮਨ ਨੂੰ ਸਾਧ ਰਹੇ ਹਾਂ, ਆਪਣੇ ਮਨ ਨੂੰ ਬਿਠਾ ਰਹੇ। ਬਹਿ ਜਾ ਭਾਈ, ਟਿਕ, ਵਾਹਿਗੁਰੂ ਜਪੀਏ। ਹੌਲੀ ਹੌਲੀ ਇੱਕ ਘੜੀ ਕੀਰਤਨ ਕਰਦਿਆਂ ਗੁਜ਼ਰ ਗਿਆ, ਮਨ ਟਿਕਣ ਲੱਗ ਪਿਆ। ਹੁਣ ਮਨ ਸ਼ਾਂਤ ਹੋ ਗਿਆ। ਹੁਣ ਮਿਲੇਗੀ ਇੱਕ ਮਾਤਰਾ। ਕਦੇ ਕਦੇ ਪਾਠ ਕਰਦਿਆਂ ਵੇਖਿਆ ਨਾ, ਸਾਧ ਸੰਗਤ ਧੱਦੇ ਨੂੰ ਇੱਕ ਔਂਕੜ ਲੱਗਾ ਹੋਇਆ, ਸਾਧ ਸੰਗਤ। ਹੁਣ ਇੱਕ ਮਾਤਰਾ ਮਿਲ ਗਈ, ਟਿਕਾਓ ਬਣ ਗਿਆ। ਕਰਦਿਆਂ ਇੰਝ ਕਿਤੇ 1.5 ਘੜੀਆਂ ਹੋਰ ਕੀਰਤਨ ਕਰ ਲਿਆ। ਲਗਭਗ ਅਸੀਂ ਪਹੁੰਚ ਗਏ 35-40 ਮਿੰਟਾਂ 'ਤੇ। 35-40 ਮਿੰਟ ਟਿਕਵਾ ਠਹਿਰ ਕੇ ਕੀਰਤਨ ਹੋ ਗਿਆ। ਸਰੋਤਾ ਇੱਕ ਟੱਕ ਸੁਣ ਰਿਹਾ ਹੈ, ਕੀਰਤਨ ਹੋ ਰਿਹਾ ਹੈ। ਸਾਨੂੰ ਤੀਜੀ ਸੰਗਿਆ ਮਿਲਦੀ ਹੈ, ਸਾਧੂ ਸੰਗਤ। ਹੁਣ ਜਿੱਥੇ ਮਾਤਰਾਵਾਂ 2 ਮਿਲ ਜਾਂਦੀਆਂ, ਮਨ ਟਿਕ ਗਿਆ। ਜਦੋਂ ਮਨ ਟਿਕ ਜਾਂਦਾ ਹੈ ਤੇ ਫਿਰ ਪ੍ਰਾਪਤੀ ਕੀ ਹੁੰਦੀ ਹੈ? ਪ੍ਰਾਪਤੀ ਹੁੰਦੀ ਸੱਤ ਦੀ। ਸੱਤ ਦੀ ਪ੍ਰਾਪਤੀ ਬਿਨਾਂ ਮਨ ਟਿਕਿਆ ਨਹੀਂ ਹੁੰਦੀ। ਸੱਤ ਹੁੰਦਾ ਹੀ ਉਹਨਾਂ ਦੇ ਪੱਲੇ ਹੈ ਜਿਨ੍ਹਾਂ ਦਾ ਮਨ ਟਿਕਿਆ ਹੁੰਦਾ। ਜਿਨ੍ਹਾਂ ਦਾ ਮਨ ਚੰਚਲ ਤੇ ਬੇਚੈਨ ਹੁੰਦਾ ਹੈ, ਉਹਨਾਂ ਦੇ ਪੱਲੇ ਸੱਤ ਨਹੀਂ ਹੁੰਦਾ। ਉਹ ਤੇ ਝੂਠ ਝਾਟ ਬੋਲੀ ਜਾਂਦੇ ਨੇ, ਇੱਧਰ ਭਟਕ ਗਏ ਉੱਧਰ ਭਟਕ ਗਏ। ਉਹ ਤਾਂ ਆਪਣੀ ਚੰਚਲਤਾ ਤੇ ਚਲਾਕੀਆਂ ਵਿੱਚ ਉਲਝੇ ਰਹਿ ਜਾਂਦੇ ਨੇ। ਜਦੋਂ ਇੰਜ ਮਨ ਪੂਰਨ ਤੌਰ 'ਤੇ ਸ਼ਾਂਤ ਹੋ ਜਾਂਦਾ ਹੈ, ਫਿਰ ਪ੍ਰਾਪਤੀ ਹੁੰਦੀ ਹੈ ਸੱਤ ਦੀ। ਅਤੇ ਉਦੋਂ ਸਾਡੀ ਸੰਗਿਆਤ ਬਣ ਜਾਂਦੀ ਹੈ ਸਤ ਸੰਗਤ। ਫਿਰ ਹੁੰਦੀ ਹੈ ਸਤ ਸੰਗਤ। ਸਤ ਸੰਗਤ ਜਿਹੜੇ ਬੈਠੇ ਨੇ ਪਿਆਰੇ,
ਹੁਣ ਸੱਤ ਵਿੱਚ ਟਿਕੇ ਹੋਏ ਨੇ, ਤੇ ਭਾਈ ਸੱਤ ਵਿੱਚ ਟਿਕਿਆਂ ਹੋਇਆਂ ਦੀ ਸੰਗਿਆ ਕਿਆ ਹੁੰਦੀ ਹੈ? ਤੇ ਫਿਰ ਅਗਲਾ ਪੜਾਅ ਮਿਲਦਾ ਪੰਜਵਾਂ, ਸੱਤ ਵਿੱਚ ਟਿਕੇ ਹੋਏ ਜਿਹੜੇ ਸੰਤ ਹੁੰਦੇ ਨੇ, ਫਿਰ ਸੰਗਿਆ ਹੁੰਦੀ ਹੈ ਸੰਤ ਸੰਗਤ। ਫਿਰ ਸੰਗਿਆ ਬਣ ਗਈ ਸਾਡੀ ਸੰਤ ਸੰਗਤ। ਤੇ ਸੰਤ ਸੰਗਤ ਵਿੱਚ ਜਦੋਂ ਕਿ ਟਿਕੇਵਾਂ ਇਹਨਾਂ ਕਰਦਿਆਂ ਕਰਦਿਆਂ 2.5 ਘੜੀਆਂ ਅਭਿਆਸੀ ਮੰਨਦੇ ਨੇ ਗੁਜ਼ਰ ਜਾਂਦੀਆਂ ਨੇ, ਲਗਭਗ ਘੰਟਾ ਕੀਰਤਨ ਹੋ ਰਿਹਾ, ਟਿਕਵਾ ਮਾਹੌਲ ਬਣਿਆ ਹੋਇਆ, ਉਦੋਂ ਕੋਈ ਸਧਾਰਨ ਜਿਹਾ ਵਿਅਕਤੀ ਵੀ ਸਾਡੇ ਤੁਹਾਡੇ ਵਰਗਾ ਆਮ ਬੰਦਾ ਵੀ ਕੋਈ ਮੱਥਾ ਟੇਕ ਕੇ ਚੁੱਪਚਾਪ ਉਸ ਟਿਕੀ ਹੋਈ ਸੰਗਤ 'ਚ ਆ ਕੇ ਬਹਿ ਜਾਏ ਨਾ, ਤੇ ਉਹਨੂੰ ਤੇ ਸਿੱਧਾ ਉਹੀ ਪੜਾਅ ਮੰਡਲ ਮਿਲਣਾ ਨਾ ਜਿੱਥਾ ਉੱਥੋਂ ਸੀ। ਇਸ ਕਰਕੇ ਕਹਿੰਦੇ ਸੰਤ ਸੰਗਤ ਰਾਮ ਹਿਰਦੈ ਬਸਾਈ, ਸੰਤ ਸੰਗਤ ਹੋਵੇ ਤੇ ਰਾਮ ਸਿੱਧਾ ਹੀ ਹਿਰਦੇ 'ਚ ਵਸ ਜਾਂਦਾ ਹੈ। ਗੁਰਦੇਵ ਕਿਰਪਾ ਕਰਨ, ਅਸੀਂ ਨਾ ਰਹੱਸਾਂ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੀਏ। ਟਿਕਣ ਦੇ ਜਿਤਨਾ ਹੋ ਸਕੇ, ਮਹਾਰਾਜ ਕਹਿਣ ਲੱਗੇ ਸਹਿਜੇ ਹੀ ਹਰ ਨਾਮ ਲਿਓ। ਉਹ ਭਾਈ ਸੁਖੈਨ ਤਰੀਕੇ ਦੇ ਨਾਲ, ਬਹੁਤਾ ਨਾ ਲਮਕਾਉਣਾ ਤੇ ਨਾ ਤੇਜ਼ੀ 'ਚ, ਸਿਮਰਨ ਜਾਪ ਭਜਨ ਕੀਰਤਨ ਜੋ ਕੁਝ ਵੀ ਆਪਾਂ ਕਰਦੇ ਹਾਂ, ਨਾ ਤੇ ਬਹੁਤਾ ਜ਼ਰੂਰਤ ਤੋਂ ਜ਼ਿਆਦਾ ਲਮਕਾਇਆ ਜਾਏ ਕਿ ਜਪਣ ਵਾਲੇ ਨੂੰ ਔਖਾ ਹੋ ਜਾਏ, ਤੇ ਨਾ ਇੰਨੀ ਤੇਜ਼ੀ ਚਲੇ ਜਾਓ ਕਿ ਜਪਣ ਵਾਲਾ ਫਿਰ ਔਖਾ ਹੋ ਜਾਏ। ਫਿਰ ਮਿਲਦਾ ਕੀ ਹੈ? ਕਹਿਣ ਲੱਗੇ ਹਰ ਤਤ ਨਾ ਖੋਈਐ। ਸਾਵਧਾਨ ਰਹੋ ਕਿਤੇ ਐਸਾ ਨਾ ਹੋਵੇ ਕਿ ਬਹੁਤੀ ਤੇਜ਼ੀ ਚਲੇ ਗਏ ਤਦ ਵੀ ਤਤ ਖੋ ਜਾਏਗਾ, ਤਤ ਹੱਥ ਨਹੀਂ ਆਏਗਾ, ਤੇ ਜੇ ਬਹੁਤ ਹੌਲੀ ਚਲੇ ਗਏ ਤਦ ਵੀ ਤਤ ਹੱਥ ਨਹੀਂ ਆਏਗਾ। ਆ ਵਡੇਰਿਆਂ ਨੇ ਤੇ ਦੁੱਧ ਰਿੜਕਦਿਆਂ ਵੇਖਿਆ ਹੋਣਾ ਨਾ, ਜੇ ਕੋਈ ਮਧਾਣੀ ਬਹੁਤ ਹੌਲੀ ਹੌਲੀ ਚਲਾਵੇ ਤਦ ਵੀ ਮੱਖਣ ਨਹੀਂ ਮਿਲਣਾ, ਤੇ ਜੇ ਬਹੁਤੇ ਜ਼ੋਰ ਨਾਲ ਮਧਾਣੀ ਰਿੜਕਣ ਲੱਗ ਪਵੇ ਤੇ ਫਿਰ ਵੀ ਮੱਖਣ ਹੱਥ ਨਹੀਂ ਆਉਣਾ। ਬਹੁਤੀ ਹੌਲੀ ਤੇ ਬਹੁਤੀ ਤੇਜ਼, ਦੋਨਾਂ ਚੀਜ਼ਾਂ ਦੇ ਨਾਲ ਮੱਖਣ ਹੱਥ ਨਹੀਂ ਆਏਗਾ, ਮੱਖਣ ਛਿਟਕ ਜਾਏਗਾ, ਮੱਖਣ ਨਿਤਰੇਗਾ ਹੀ ਨਹੀਂ। ਕਹਿਣ ਲੱਗੇ ਇਸੇ ਤਰ੍ਹਾਂ ਬਹੁਤੀ ਹੌਲੀ ਤੇ ਬਹੁਤੀ ਤੇਜ਼ ਵੀ ਜੋ ਜਾਪ ਸਿਮਰਨ ਪਾਠ ਆਪਾਂ ਕਰਦੇ ਹਾਂ ਨਾ, ਤਤ ਨਹੀਂ ਮਿਲਦਾ, ਪ੍ਰਾਪਤੀ ਕੁਝ ਨਹੀਂ ਹੁੰਦੀ। ਬਸ ਹਾਂ ਆਪਣਾ ਜ਼ੋਰ ਲਾ ਕੇ ਲੰਘ ਜਾਈਦੇ। ਮਹਾਰਾਜ ਦੇ ਬੜੇ ਪਿਆਰੇ ਬਚਨ ਹੈ, ਸਹਿਜੇ ਹੀ ਹਰ ਨਾਮ ਲਿਹੋ। ਭਾਈ ਸੁਖੈਨ ਸਹਿਜ ਹੀ ਸਿਮਰਨ ਕਰੋ, ਹਰ ਤਤ ਨਾ ਖੋਈਏ। ਸਾਵਧਾਨ ਰਹਿਣਾ, ਤਤ ਦੀ ਪ੍ਰਾਪਤੀ ਕਰਨੀ ਹੈ। ਇੱਥੇ ਅਸੀਂ ਬੈਠੇ ਇਸ ਕਰਕੇ ਆ ਕਿ ਸਾਨੂੰ ਤਤ ਦੀ ਵਿਚਾਰ ਮਿਲੇ। ਤਤ ਹੁੰਦਾ ਜੋ ਨਿਚੋੜ, ਜਿਵੇਂ ਸਾਡੀ ਚਾਟੀ ਭਰੀ ਹੁੰਦੀ ਹੈ ਦਹੀਂ ਦੇ ਨਾਲ ਤੇ ਮੱਖਣ ਮਸਾਂ ਕਠੂਠਾ ਨਿਕਲਦਾ ਹੈ, ਉਹ ਤਤ ਨਿਕਲਦਾ ਹੈ ਨਾ, ਬਾਕੀ ਤੇ ਪਿੱਛਾ ਪਦਾਰਥ ਪਿੱਛੇ ਲੱਸੀ ਆਦਿਕ ਪਿੱਛੇ ਰਹਿ ਗਿਆ, ਉਹ ਤਤ ਤੇ ਕਠੂਠੇ ਬਰਾਬਰ ਹੈ ਨਾ। ਹੁਣ ਉਸ ਮੱਖਣ ਨੂੰ ਫਿਰ ਤਪਾਵਾਂਗੇ ਤੇ ਉਹਦਾ ਤਤ ਫਿਰ ਘਿਓ ਹੋਰ ਨਿਕਲੇਗਾ, ਉਹਦੇ 'ਚੋਂ ਕੁਝ ਹੋਰ ਛੰਟ ਜਾਏਗਾ। ਭਾਈ ਸਮੇਂ ਦੇ ਨਾਲ ਇਸ ਤਰ੍ਹਾਂ ਹਰ ਥਾਂ 'ਤੇ ਛਾਨਣੀਆਂ ਚੱਲਦੀਆਂ ਰਹਿੰਦੀਆਂ ਜੇ, ਹਰ ਸਮੇਂ ਛਾਨਣੀਆਂ ਵਗਦੀਆਂ ਰਹਿੰਦੀਆਂ ਜੇ, ਤੇ ਕਮਜ਼ੋਰ ਛਣਦੇ ਰਹਿੰਦੇ ਨੇ, ਤਤ ਵੇਤਾ ਅਗਾਂਹ ਟੱਪਦੇ ਰਹਿੰਦੇ ਨੇ। ਗੁਰਦੇਵ ਕਿਰਪਾ ਕਰਨ ਅਸੀਂ ਤਤ ਪ੍ਰਾਪਤ ਕਰ ਸਕੀਏ, ਤਤ ਵੇਤਾ ਬਣ ਸਕੀਏ। ਮਹਾਰਾਜ ਕਹਿਣ ਲੱਗੇ ਸਹਿਜੇ ਹੀ ਹਰ ਨਾਮ ਲਿਹੋ, ਹਰ ਤਤ ਨਾ ਖੋਈਏ। ਮਹਾਰਾਜ ਕਿੱਦਾਂ ਕਰੀਏ ਫਿਰ? ਕਹਿਣ ਲੱਗੇ ਨਿਤ ਜਪਿਓ, ਇਹਦੇ ਵਾਸਤੇ ਰੋਜ਼ਾਨਾ ਜਪਿਆ ਕਰੋ। ਇਹ ਨਹੀਂ ਕਿ ਇੱਕ ਦਿਨ ਆਏ ਤੇ ਫਿਰ ਮਹੀਨਾ ਆਏ ਹੀ ਨਹੀਂ, ਇੱਕ ਦਿਨ ਜਪ ਲਿਆ ਤੇ ਮਹੀਨਾ ਜਪਿਆ ਹੀ ਨਹੀਂ। ਨਿਤ ਜਪਿਓ, ਨਿਤ ਜਪਿਓ ਸਾਸ ਕੇ ਰਾਸਨ ਨਾ ਨਾਮ ਪਰਵਤਿਕਾਰ ਦਾ। ਪਰਮੇਸ਼ਰ ਜੀ ਦਾ ਨਾਮ ਨਿਤ ਕਿਉਂ ਹੈ? ਨਿਤ ਉਠ ਗਾਵੋ ਪ੍ਰਭ ਕੀ ਬਾਣੀ। ਨਿਤਾ ਪ੍ਰਤੀ ਜਦੋਂ ਤੱਕ ਸਾਹ ਚੱਲਦਾ ਹੈ ਉਦੋਂ ਤੱਕ ਨਿਤ। ਬੜਾ ਪਿਆਰਾ ਬਚਨ ਹੈ ਨਾ, ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ। ਅੱਜ ਕਹਿਣ ਲੱਗੇ ਨਿਤ ਜਪਿਓ, ਨਿਤ ਜਪਿਆ ਕਰੋ। ਕਿੱਦਾਂ? ਹਰ ਹਰ ਦਿਨ ਸਰਾਤ। ਇਹ ਨਹੀਂ ਕਿ ਘਰੀ ਇੱਕ ਦਿਨ ਦੋ ਦਿਨ ਹੋਣਾ ਹੀ ਨਹੀਂ। ਆ ਕਦੇ ਲੋਕਾਂ ਨੇ 40 ਦਿਨ 40 ਸਾਹ ਕਰ ਲਿਆ ਜੀ, ਫਿਰ ਕੀ ਕਰੋਗੇ? ਕਹਿਣ ਲੱਗੇ ਨਹੀਂ, ਇਹ ਤਾਂ ਨਿਤ ਦਾ ਕੰਮ ਹੈ। ਜਿਵੇਂ ਭੋਜਨ ਨਿਤ ਛਕੀਦੇ, ਜਦੋਂ ਤੱਕ ਜਿਉਂਦੇ ਹਾਂ ਭੋਜਨ ਛਕਦੇ ਹਾਂ। ਸਵਾਸ ਨਿਤ ਆ ਰਹੇ ਨੇ, ਬਹੁਤ ਸਾਰੀਆਂ ਕਿਰਿਆਵਾਂ ਸੁਭਾਵਿਕ ਨਿਤ ਹੋ ਰਹੀਆਂ ਨੇ। ਅਤੇ ਭਾਈ ਇਸੇ ਤਰ੍ਹਾਂ ਜੇ ਸਵਾਸ ਨਿਤ ਆ ਰਹੇ ਨੇ, ਦਿਲ ਧੜਕਦਾ ਨਿਤ ਹੈ, ਅਤੇ ਵਾਹਿਗੁਰੂ ਵਾਹਿਗੁਰੂ ਵੀ ਨਿਤ ਹੋਣਾ ਚਾਹੀਦਾ ਨਾ। ਨਿਤ ਜਪਿਓ ਹਰ ਹਰ ਦਿਨ ਸਰਾਤ। ਔਰ ਇਹ ਵੀ ਨਹੀਂ ਕਿ ਫਿਰ ਹੌਲੀ ਹੌਲੀ ਅਤੇ ਦਿਨ ਸਰਾਤ ਤਦ ਹੀ ਜਪ ਪਾਵਾਂਗੇ ਜੇ ਅਸੀਂ ਵਾਹਿਗੁਰੂ ਦੇ ਅਭਿਆਸ ਨੂੰ ਆਪਣੇ ਸਵਾਸਾਂ ਦੇ ਨਾਲ ਜੋੜ ਪਾਵਾਂਗੇ। ਜੇ ਸਾਥੋਂ ਨਾ ਜੁੜਿਆ
तो फिर घड़ी क जपिया फिर भुल जावांगे, फिर जपिया फिर किसी चेता कराता तो फिर जपना, फिर तो कोई चेता कराएगा तो जपांगे, नहीं तो भुल जावांगे। नहीं तो भाई कार विहार च कुछ तरदद करनी पेगी, उचेच करनी पेगी। तो भाई जे स्वासां नाल गल बन जाए तो फिर कोई तरदद, कोई कोशिशां नहीं, कोई वखरी मेहनत नहीं, फिर तो बस साह आ रहे ने तो जा रहे ने, पवन दा वाजा साहां करके वज रहा है, तो अंदरली चेतनता वाहिगुरू वाहिगुरू सतनाम वाहिगुरू जपन लग पैंदी है। असीं वडेरे गुरमुखां विचों कुछ बजुर्गां दे नाम सुने पढ़े ने, ਉਹ ਜਿਵੇਂ ਤੁਰਦੇ ਨਾ ਤੇ ਤੁਰਦਿਆਂ ਤੁਰਦਿਆਂ ਪਹਿਲਾਂ ਲਗਭਗ ਪ੍ਰਾਇਮਰੀ ਸਭ ਨੇ ਪੀਟੀਆਂ ਕੀਤੀਆਂ ਹੋਣੀਆਂ ਤੇ ਸੱਜੇ ਖੱਬੇ ਕਦਮ ਦੇ ਨਾਲ ਕਰਾਉਂਦੇ ਨਾ, ਲੈਫਟ ਰਾਈਟ ਉਹ ਪਰੇਡ ਕਰਾਉਂਦੇ ਨੇ। ਖਾਸ ਕਰਕੇ ਫੋਰਸਾਂ ਜਿਵੇਂ ਫੌਜਾਂ ਵਾਲ 'ਚ ਕਰਾਉਂਦੇ ਨੇ। ਤੇ ਭਾਈ ਕਿਤੇ ਆਪਾਂ ਵੀ ਅਭਿਆਸ ਕਰ ਲਿਆ ਕਰੀਏ। ਸੈਰ ਕਰਦੇ ਹਾਂ, ਇੱਥੋਂ ਤੁਰ ਕੇ ਜੋੜੇ ਘਰ ਤੱਕ ਜਾਣਾ ਹੈ ਨਾ, ਅਭਿਆਸ ਕਰਕੇ ਦੇਖਣਾ ਸੱਜੇ ਖੱਬੇ ਪੈਰ ਦੇ ਨਾਲ ਇੱਕ ਗਿਆ ਵਾਹਿਗੁਰੂ, ਦੂਜੇ ਨਾਲ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਇੱਦਾਂ ਸੈਰ ਕਰਦਿਆਂ ਮੰਨ ਲਓ ਮੀਲ 2 ਮੀਲ ਸੈਰ ਕਰਦੇ ਹੋ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਅਭਿਆਸ ਬਣ ਗਿਆ। ਅਤੇ ਜਦੋਂ ਵੀ ਤੁਰੋਗੇ ਅੰਦਰ ਚੇਤਨਾ ਸਤਨਾਮ ਵਾਹਿਗੁਰੂ ਅਭਿਆਸ ਕਰਨ ਲੱਗ ਪਏਗੀ। ਅਸੀਂ ਸੁਣਿਆ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਪੈਦਲ ਸਫ਼ਰ ਕਰਦੇ ਤੇ ਮੀਲਾਂ ਦੇ ਮੀਲ ਤੁਰ ਜਾਂਦੇ ਸਤਨਾਮ ਵਾਹਿਗੁਰੂ ਜਪਦੇ ਜਪਦੇ। ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਪਤਾ ਨਹੀਂ ਕਿਤਨਾ ਕੁ ਲੰਬਾ ਪੈਂਡਾ ਤੈਅ ਕੀਤਾ ਤੇ ਹਮੇਸ਼ਾ ਸਤਨਾਮ ਕਰਤਾਰ ਦਾ ਜਾਪ ਹੀ ਕਰਦੇ ਨਾ। ਅੱਜ ਸਾਨੂੰ ਸਮਝ ਆ ਜੇ, ਕਹਿਣ ਲੱਗੇ ਦਿਨ ਸਰਾਤ ਦਿਨ ਰਾਤ ਦੀ ਆਰਾਧੋ ਪਿਆਰੋ, ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਦਿਨ ਰਾਤ ਜਪਿਆ ਕਰੋ। ਫਿਰ ਕੀ ਹੋਏਗਾ? ਜੇ ਦਿਨ ਰਾਤ ਜਪਣ ਲੱਗ ਪਏ ਬਾਬਾ ਤੇ ਫਿਰ ਕੀ ਮਿਲੇਗਾ? ਫਿਰ ਪਾਤਸ਼ਾਹ ਕਹਿਣ ਲੱਗੇ ਫਿਰ ਹਰ ਦਰਗਾਹ ਢੋਈ ਹੈ, ਫਿਰ ਦਰਗਾਹ 'ਚ ਢੋਈ ਮਿਲ ਜਾਏਗੀ। ਅਸੀਂ ਸਾਰੇ ਦਰਗਾਹ ਦੇ ਵਿੱਚ ਥਾਂ ਹੀ 'ਚ ਲੱਭਦੇ ਹਾਂ। ਕਦੇ ਕਦੇ ਕਿਤੇ ਸੰਸਾਰਕ ਮੁਹਾਵਰਾ ਹੈ ਵੀ ਭਾਈ ਜੇ ਕਿਸੇ ਬੰਦੇ ਦਾ ਕੋਈ ਨੁਕਸਾਨ ਹੋ ਜਾਏ ਜਾਂ ਕੋਈ ਬੇਇੱਜ਼ਤੀ ਹੋ ਜਾਏ, ਕਿਤੇ ਢੋਈ ਨਹੀਂ ਮਿਲਦੀ, ਕਿਤੇ ਸਿਰ ਲੁਕਾਉਣ ਨੂੰ ਥਾਂ ਨਹੀਂ ਮਿਲਦਾ, ਕਿਤੇ ਕੋਈ ਕੁਲ ਨਹੀਂ ਬਹਾ ਕੇ ਰਾਜੀ ਹੁੰਦਾ। ਕਈਆਂ 'ਤੇ ਬਦਨਾਮੀਆਂ ਦੇ ਦਾਗ ਲੱਗ ਜਾਂਦੇ ਨੇ ਅਤੇ ਭਾਈ ਉਹਨੂੰ ਘਰ ਪਰਿਵਾਰ ਸਮਾਜ ਵਿੱਚ ਕਿਧਰੇ ਢੋਈ ਨਹੀਂ ਮਿਲਦੀ। ਜੇ ਢੋਈ ਦੀ ਸਮਝ ਆ ਗਈ, ਕਿਧਰੇ ਥਾਂ ਨਹੀਂ ਮਿਲਦਾ, ਕੋਈ ਆਪਣੇ ਕੋਲ ਨਹੀਂ ਬਿਠਾਉਂਦਾ। ਅਤੇ ਇਸੇ ਤਰ੍ਹਾਂ ਹਰ ਦਰਗਾਹ ਢੋਈ ਹੈ, ਦਰਗਾਹ ਦੇ ਵਿੱਚ ਥਾਂ ਮਿਲ ਜਾਏਗਾ। ਜਦੋਂ ਸੰਸਾਰ ਦੀ ਯਾਤਰਾ ਮੁਕੰਮਲ ਕਰਕੇ ਵਾਹਿਗੁਰੂ ਜੀ ਕੀ ਦਰਗਾਹ 'ਚ ਜਾਵਾਂਗੇ, ਸਾਨੂੰ ਦਰਵਾਜ਼ੇ 'ਤੇ ਕੋਈ ਦਬਕਾ ਮਾਰ ਕੇ ਪਰਾਂ ਨਹੀਂ ਹਟਾਏਗਾ, ਪਰਾਂ ਚੱਲ ਨਹੀਂ ਕਰ ਰੇ ਦਰਗਾਹ ਹੈ ਕਹੈ ਨਾ ਕੋ। ਕੀ ਕਹਿਣਗੇ? ਆਓ ਬੈਠ ਆਦਰ ਸ਼ੁਭ ਦਿਓ। ਸਾਨੂੰ ਉੱਥੋਂ ਦੀ ਸੰਗਤ ਵਿੱਚ ਵੀ ਥਾਂ ਮਿਲ ਜਾਏਗਾ। ਇੱਥੋਂ ਦੀ ਸੰਗਤ ਦੇ ਥਾਂ ਲਵਾਂਗੇ ਤਾਂ ਉੱਥੋਂ ਦੀ ਸੰਗਤ ਥਾਂ ਮਿਲੇਗਾ। ਗੁਰੂ ਨਾਨਕ ਸਾਹਿਬ ਜੀ ਦੀ ਸਾਖੀਆਂ 'ਚੋਂ ਉਹ ਦਾਰਸ਼ਨਿਕ ਅਤੇ ਮਨੋਵਿਗਿਆਨਿਕ ਗਾਥਾ ਬੜੀ ਪਿਆਰੀ ਹੈ ਨਾ, ਕਿ ਜਿਹਨੇ ਇੱਥੇ ਇੱਕ ਘੜੀ ਗੁਰਮੁਖਾਂ ਦੀ ਸੰਗਤ ਕੀਤੀ, ਦਰਗਾਹ ਦੇ 4 ਘੜੀਆਂ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੋ ਜਾਏਗੀ। 4 ਘੜੀਆਂ ਬਾਅਦ ਉੱਠਣ ਲੱਗਾ ਅਤੇ ਉਹੀ ਗੁਰਮੁਖ ਉੱਥੇ ਦਰਸ਼ਨ ਹੋ ਗਏ। ਉਹਨਾਂ ਫਿਰ ਹੱਥ ਨੱਪ ਲਿਆ, ਹੌਲੀ ਨਾਲ ਪੁੱਛਿਆ ਕਿੱਥੇ ਚੱਲੇ ਹੈ? ਕਹਿਣ ਲੱਗਾ ਜੀ ਸਮਾਂ ਪੁੱਗ ਗਿਆ। ਕਹਿਣ ਲੱਗੇ ਮੂਰਖਾ ਸਮਝ ਨਹੀਂ ਆਈ, ਇੱਕ ਘੜੀ ਸੰਗਤ ਕੀਤੀ ਅਤੇ 4 ਘੜੀਆਂ ਮਿਲ ਗਈ। ਹੁਣ 4 ਘੜੀਆਂ ਕਰ ਬੈਠਾ ਹੈ ਨਾ, ਇਹਦਾ 4 ਗੁਣਾ ਹੋਰ ਮਿਲ ਜਾਏਗਾ। ਉਹ ਕਰੇਗਾ ਜੇ ਮੁੱਕਣਾ ਨਹੀਂ ਸਿਲਸਿਲਾ, ਇਹ ਤੇ ਵੱਧ ਦੋ ਜਾਈ, ਇਹ ਤੇ ਵਾਧਾ ਹੁੰਦਾ ਜਾਣਾ। ਬੈਠਾ ਰਹਿ ਟਿਕੇ। ਹੁਣ ਇੱਥੇ ਜੰਮ ਨਹੀਂ ਨੇੜੇ ਆਉਂਦੇ, ਕਿਉਂਕਿ ਸੰਗਤ ਵਿੱਚ ਜੰਮ ਨਹੀਂ ਆ ਸਕਦਾ। ਦਰਗਾਹ 'ਚ ਢੋਈ ਮਿਲਦੀ ਜੋ ਇੱਥੇ ਪ੍ਰਾਪਤ ਥਾਂ। ਇਸ ਕਰਕੇ ਸੰਗਤ ਵਿੱਚ ਆਪਣਾ ਥਾਂ ਬਣਾਇਆ ਜਾਏ। ਦਿਨ ਸਰਾਤ ਜਪੀਏ ਹਰ ਦਰਗਾਹ ਢੋਈਐ। ਫਿਰ ਮਹਾਰਾਜ ਕੀ ਕਰੀਏ? ਸਾਰੇ ਤੇ ਨਹੀਂ ਜਪਦੇ। ਕਹਿਣ ਲੱਗੇ ਤਾਂ ਭਾਈ ਆਪੋ ਆਪਣਾ ਵੱਖਰਾ ਹਿਸਾਬ ਹੈ। ਹਿਸਾਬ ਕੀ ਹੈ ਜੀ? ਕਹਿਣ ਲੱਗੇ ਸੋ ਪਾਏ ਪੂਰਾ ਸਤਿਗੁਰੂ। ਉਸ ਜੀ ਨੂੰ ਪੂਰਨ ਸਤਿਗੁਰੂ ਦੀ ਬਖਸ਼ਿਸ਼ ਮਿਲਦੀ ਹੈ, ਹਰ ਇੱਕ ਨੂੰ ਨਹੀਂ ਜੇ ਮਿਲਦੀ। ਮਤ ਖਿਆਲ ਕਰਨਾ, ਹਰ ਇੱਕ ਨੂੰ ਇੱਥੇ ਮੁਕਾਮ 'ਤੇ ਕੁਝ ਨਹੀਂ ਮਿਲਦਾ। ਬੜਾ ਪਿਆਰਾ ਬਚਨ ਹੈ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਹੈ ਘਣੇਰੀ। ਕਿਸੇ 'ਤੇ ਕਿਰਪਾ ਘੱਟ ਹੈ ਅਤੇ ਕਿਸੇ 'ਤੇ ਕਿਰਪਾ ਜ਼ਿਆਦਾ ਹੈ। ਸੋ ਪਾਏ ਪੂਰਾ ਸਤਿਗੁਰੂ। ਉਹਨਾਂ ਜੀਆਂ ਨੂੰ ਪੂਰੇ ਸਤਿਗੁਰੂ ਮਿਲਦੇ ਨੇ ਜਿਸ ਧੁਰ ਮਸਤਕ ਲਿਲਾਟ ਲਿਖੋਈ ਹੈ,
ਜਿਹਦੇ ਧੁਰ ਦਰਗਾਹ ਤੋਂ ਮਸਤਕ ਤੇ ਮਿਲਾਪ ਦਾ ਲੇਖ ਲਿਖਿਆ ਹੋਇਆ ਹੈ। ਇਸ ਕਰਕੇ ਸਾਨੂੰ ਅਰਦਾਸ ਕਰਨ, ਮਹਾਰਾਜ ਮੇਰੇ ਮਿਲਾਪ ਦਾ ਲੇਖ ਲਿਖ ਦਿਓ। ਅਸੀਂ ਇੱਥੇ ਇਸੇ ਕਰਕੇ ਕਥਾ ਕੀਰਤਨ ਕਰਦੇ ਪੜ੍ਹਦੇ ਸੁਣਦੇ ਆ ਨਾ ਵੀ ਭਾਈ ਇੱਥੇ ਕਰਮਾਂ ਦਾ ਬਲ ਨਹੀਂ, ਇੱਥੇ ਕਿਰਪਾ ਦੇ ਆਸਰੇ ਬੈਠੇ ਆ। ਅਸੀਂ ਕਰਮਾਂ ਦੇ ਬਲ ਕਰਕੇ ਨਹੀਂ, ਸਾਡੇ ਕਰਮ ਇੰਨੇ ਵੱਡੇ ਤੇ ਮਜ਼ਬੂਤ ਨਹੀਂ ਕਿ ਆਪਾਂ ਇੱਥੇ ਬਹਿ ਸਕੀਏ। ਅਸੀਂ ਤੇ ਕਿਰਪਾ ਦੇ ਸਦਕੇ ਬੈਠੇ। ਭਾਈ ਸਾਹਿਬ ਗੁਰਦਾਸ ਵਰਗੀ ਸ਼ਖਸੀਅਤ ਕਹਿੰਦੇ ਨਾ, ਆਪਣੇ ਕਰਮ ਕਰ ਨਰਕ ਹੂ ਨਾ ਠੌਰ ਪਾਵੋ। ਇੰਨੀ ਨਿੰਦਾ ਚੁਗਲੀ ਕਰ ਬੈਨੇ ਆ, ਇੰਨੇ ਮਾੜੇ ਕਰਮ ਕਰ ਬੈਨੇ ਕਦੇ ਕਦੇ ਕਿ ਸਾਨੂੰ ਤੇ ਨਰਕ ਵੀ ਥਾਂ ਨਾ ਮਿਲੇ, ਪਰ ਇੱਥੇ ਤੇਰੇ ਆਸਰੇ ਤੇ ਤੇਰੀ ਕਿਰਪਾ ਤੇ ਥਾਂ ਮਿਲਦਾ ਹੈ। ਇਸ ਕਰਕੇ ਭਾਈ ਆਪਣੇ ਮਸਤਕ ਦੇ ਲੇਖ ਮਹਾਰਾਜ ਨੂੰ ਕਿ ਮਹਾਰਾਜ ਇੱਥੇ ਨਾਮ ਲਿਖ ਦਿਓ ਨਾ, ਇੱਥੇ ਮਿਲਾਪ ਲਿਖ ਦਿਓ ਨਾ, ਕਿਉਂਕਿ ਲਿਖਿਆ ਤੇ ਹੈ ਸਭ ਦੇ ਕੁਛ ਨਾ ਕੁਛ। ਜਿਨ੍ਹਾਂ ਦੇ ਸੰਗਤ ਲਿਖਿਆ ਹੈ ਉਹ ਸੰਗਤ ਵਿੱਚ ਆ ਜਾਂਦੇ ਨੇ। ਇਕਨਾਂ ਦੇ ਹੁਕਮ ਦੇ ਵਿੱਚ ਸੰਗਤ ਨਹੀਂ ਲਿਖਿਆ, ਉਹ ਸੰਗਤ ਵਿੱਚ ਨਹੀਂ ਆਉਂਦੇ। ਉਹ ਇਸ ਇਮਾਰਤ ਦੇ ਆਲੇ ਦੁਆਲੇ ਪਰਿਕਰਮਾ ਕਰੀ ਜਾਂਦੇ ਨੇ, ਫਿਰਦੇ ਰਹਿੰਦੇ ਨੇ, ਸੰਗਤ ਵਿੱਚ ਨਹੀਂ ਆ ਸਕਦੇ। ਸੋ ਪਾਏ ਪੂਰਾ ਸਤਿਗੁਰੂ ਜਿਸ ਧੁਰ ਮਸਤਕ ਲਿਲਾਟ ਲਿਖੋਈਐ। ਲਿਲਾਟ ਕਹਿੰਦੇ ਨੇ ਮਸਤਕ ਨੂੰ, ਜਿਨ੍ਹਾਂ ਦੇ ਮਸਤਕ ਦੇ ਭਾਗ ਲਿਖੇ ਹੁੰਦੇ ਨੇ ਉਹ ਸੰਗਤ ਵਿੱਚ ਆ ਜਾਂਦੇ ਨੇ। ਫਿਰ ਸੰਗਤ ਟਿਕ ਜਾਂਦੇ ਨੇ, ਤਿਗਲੀਆਂ ਪ੍ਰਾਪਤੀਆਂ ਹੋ ਜਾਂਦੀਆਂ ਨੇ। ਇਸ ਕਰਕੇ ਤਿਸ ਗੁਰ ਕਾਓ ਸਭ ਨਮਸਕਾਰ ਕਰੋ। ਪਿਆਰਿਓ, ਉਸ ਗੁਰ ਕਰਤੇ ਨੂੰ ਬਾਰ-ਬਾਰ ਬਾਰੰਬਾਰ ਨਮਸਕਾਰ ਕਰਿਆ ਕਰੀਏ। ਜਿਨ ਹਰ ਕੀ ਹਰ ਗਾਲ ਗਲੋਈਏ, ਜਿਹਨੇ ਕਿਰਪਾ ਕਰਕੇ ਸਾਨੂੰ ਵਾਹਿਗੁਰੂ ਜੀ ਦੀ ਗੱਲ ਦੱਸੀ, ਜਿਹਨੇ ਵਾਹਿਗੁਰੂ ਜੀ ਦੇ ਬਾਬਤ ਦੱਸਿਆ, ਜਿਨ੍ਹਾਂ ਨੇ ਰਹਿਮਤ ਕਰਕੇ ਸਾਨੂੰ ਸਿਮਰਨ ਦੇ ਰਾਹ 'ਤੇ ਤੋਰ ਦਿੱਤਾ, ਅਤੇ ਜਿਸ ਗੁਰੂ ਨੇ ਸਾਨੂੰ ਜੀਵਨ ਦੇ ਵਿੱਚ ਆ ਟਿਕਾਣਾ ਸਤ ਸੰਗਤ ਦਾ ਬਣਾ ਕੇ ਤਾਂ ਇੱਥੇ ਬਹਿ ਕੇ ਅਸੀਂ ਵਾਹਿਗੁਰੂ ਵਾਹਿਗੁਰੂ ਜਪ ਸਕਦੇ। ਗੁਰਦੇਵ ਕਿਰਪਾ ਕਰਨ ਅਸੀਂ ਜਪ ਸਕੀਏ, ਅਸੀਂ ਬੰਦਗੀ ਕਰ ਸਕੀਏ ਅਤੇ ਸਤ ਸੰਗਤ ਕਰ ਸਕੀਏ, ਕਿਉਂਕਿ ਸਤ ਸੰਗਤ ਦਾ ਗੁਣ ਬਹੁਤ ਵੱਡਾ ਹੈ। ਔਰ ਪਾਵਨ ਬਾਣੀ 'ਚ ਬਾਰ-ਬਾਰ ਦੱਸਿਆ ਕਿ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ, ਮੈਲ ਖੋਈ ਕੋਟ ਆਘਾਰੇ ਨਿਰਮਲ ਪਹਿਚੀਤਾ। ਇਤਨੇ ਕੁ ਬਚਨ ਪ੍ਰਵਾਨ ਕਰਨਾ, ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦਿੰਦੇ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।